ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। मैं रमनदीप सिंह एक बार फिर हाजिर हाँ ਤੁਹਾਡੇ अपने चैनल रमन इंस्टीट्यूट ਤੇ। सो स्वागत करता जी ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸ ਟੈਟ, ਸੀਟੈਟ, ਮਾਸਟਰ ਗ੍ਰੇਡਰ ਤੇ ਐਨਟੀਟੀ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਮੁੱਢਲਾ ਵੈਦਿਕ ਕਾਲ ਅਤੇ ਰਿਗਵੇਦਿਕ ਆਰੀਆ ਸਭਿਅਤਾ। ਸੋ ਇਹਦੇ ਨਾਲ ਰਿਲੇਟਡ ਜਿਹੜਾ ਪੂਰਾ ਥਿਊਰੀ ਵਾਲਾ ਸੈਸ਼ਨ ਅਸੀਂ ਕੰਪਲੀਟ ਕਰਾਂਗੇ। ਸੋ ਇਸ ਤੋਂ ਬਾਅਦ ਜਿਹੜੇ ਇਸ 'ਤੇ MCQ ਰਹਿਣਗੇ। ਸੋ ਪਹਿਲਾਂ ਆਪਾਂ ਜਿਹੜੀ ਇੰਡੀਆ ਦੀ ਹਿਸਟਰੀ ਉਹਦੇ ਸਾਰੇ ਨਾ ਥਿਊਰੀ ਡਿਸਕਸ ਕਰਾਂਗੇ। ਸੋ ਉਸ ਤੋਂ ਬਾਅਦ ਜਿਹੜਾ ਹੈ ਆਪਾਂ ਇਸ ਤੋਂ ਬਾਅਦ ਜਿਹੜੇ MCQ ਸੀਰੀਜ਼ ਜਿਹੜੀ ਸ਼ੁਰੂ ਕਰਾਂਗੇ, ਜੋ ਕਿ ਮੋਸਟਲੀ ਹੋ ਸਕਦਾ ਹੈ ਕਿ ਆਪਾਂ ਲਾਈਵ ਸ਼ੁਰੂ ਕਰੀਏ। ਠੀਕ ਹੈ ਜੀ। ਸੋ ਇਸ ਤੋਂ ਪਹਿਲਾਂ ਪੰਜਾਬ ਦੀ ਹਿਸਟਰੀ ਜਿਹੜੀ ਹੈ ਉਹ ਪੂਰੀ ਕੰਪਲੀਟ ਹੋ ਚੁੱਕੀ ਹੈ। ਉਹਦੇ MCQ ਵੀ ਕੰਪਲੀਟ ਨੇ। ਉਹਦੀ ਤੁਹਾਨੂੰ PDF ਵੀ ਮਿਲ ਜਾਊਗੀ, ਉਹ ਤੁਸੀਂ ਗਰੁੱਪ ਦੇ ਵਿੱਚੋਂ ਲੈ ਸਕਦੇ ਹੈਗੇ ਹੋ। ਠੀਕ ਹੈ ਜੀ। ਇਹ ਹਿਸਟਰੀ ਆਫ ਇੰਡੀਆ ਦਾ ਹੈ ਜੋ ਕਿ ਤੁਹਾਨੂੰ ਮਾਸਟਰ ਗ੍ਰੇਡਰ ਦੇ ਲਈ ਸਪੈਸ਼ਲੀ ਜਿਹੜਾ ਹੈਲਪਫੁਲ ਰਹੂਗੀ। ਇਸ ਤੋਂ ਇਲਾਵਾ ਬਾਕੀ ਦੇ ਸਾਰੇ ਐਗਜ਼ਾਮ ਦੇ ਲਈ ਵੀ ਤੁਹਾਨੂੰ ਇਹਦੀ ਕਹਿ ਸਕਦੇ ਹਾਂ ਮਦਦ ਰਹੂਗੀ ਜੀ। ਠੀਕ ਹੈ। ਸੋ ਸਪੈਸ਼ਲੀ ਆਪਾਂ ਮਾਸਟਰ ਗ੍ਰੇਡਰ ਦਾ ਜਿਹੜਾ ਬੈਚ ਆ ਉਹ ਡਿਸਕਸ ਕਰ ਰਹੇ ਹੈਗੇ। ਵੈਸੇ ਤੁਹਾਨੂੰ ਸਾਰੇ ਹੀ ਪੇਪਰਾਂ ਦੇ ਲਈ ਹੈਲਪਫੁਲ ਰਹੂਗੀ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ ਵੀਡੀਓਜ਼ ਜਿਹੜੀਆਂ ਅਤੇ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ ਜਿਹੜੀ ਦੱਸ ਦੇਵਾਂ ਕਿ ਇੱਕ ਬੈਚ ਜਿਹੜਾ ਅਸੀਂ ਨਵਾਂ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਪੰਜਾਬ ਦੀ ਹਿਸਟਰੀ ਪਹਿਲਾਂ ਕੰਪਲੀਟ ਹੋ ਚੁੱਕੀ ਹੈ। ਸੋ ਇਸ ਤੋਂ ਬਾਅਦ ਜਿਹੜੀ ਇੰਡੀਆ ਦੀ ਹਿਸਟਰੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਇਹਦਾ ਟੋਟਲ ਜਿਹੜੀ ਫੀਸ ਸਟਰਕਚਰ ਹੈ ਉਹ 1500 ਹੈ। ਸੋ ਕਾਫੀ ਸਾਰੇ ਜਿਹੜੇ ਮੈਸੇਜ ਆਏ ਹੋਏ ਸੀਗੇ। ਠੀਕ ਹੈ ਜੀ। ਤਾਂ 1500 ਦਾ ਜਿਹੜਾ ਹੈ ਪੂਰਾ ਬੈਚ ਹੋਊਗਾ। ਇਹ ਉਦੋਂ ਤੱਕ ਚੱਲੂਗਾ ਜਦੋਂ ਤੱਕ ਜਿਹੜਾ ਐਗਜ਼ਾਮ ਨਹੀਂ ਹੋ ਜਾਊਗਾ। ਠੀਕ ਹੈ। ਸੋ ਉਦੋਂ ਤੱਕ ਜਿਹੜੀ ਹੈ ਇਹਦੇ ਵਿੱਚ ਤੁਹਾਨੂੰ ਤਿਆਰੀ ਕਰਵਾਈ ਜਾਊਗੀ। ਐਂਡ ਧਿਆਨ ਰੱਖਣਾ ਕਿ ਜਿਹੜੀਆਂ ਕੱਲ ਤੋਂ ਮੀਨਸ ਕਿ ਇਸ ਤੋਂ ਅਗਲੀ ਕਲਾਸ ਜਿਹੜੀ ਹਿਸਟਰੀ ਦੀ ਹੋਊਗੀ ਉਹ ਸਿਰਫ ਪੇਡ ਸਟੂਡੈਂਟ ਨੂੰ ਹੀ ਸ਼ੋ ਹੋਵੇਗੀ, ਥਿਊਰੀ ਵਾਲੀ। ਔਰ MCQ ਜਿਹੜੇ ਹੈਗੇ ਨੇ ਉਹ ਕੋਈ ਵੀ ਦੇਖ ਸਕਦਾ ਹੈਗਾ। ਠੀਕ ਹੈ। ਕਿਉਂਕਿ ਆਪਾਂ YouTube ਦੇ ਉੱਪਰ ਹੀ ਅਪਲੋਡ ਕਰਾਂਗੇ। ਇਸ ਤੋਂ ਇਲਾਵਾ ਇਹਨਾਂ ਸਾਰੀਆਂ ਕਲਾਸਾਂ ਦੀ PDF ਅਤੇ MCQ ਅਤੇ ਨਾਲ ਹੀ ਜਿਹੜੇ ਆਨਲਾਈਨ ਟੈਸਟ ਲੈਣੇ ਹੈਗੇ ਆ ਉਹ ਵੀ ਤੁਹਾਨੂੰ ਗਰੁੱਪ ਦੇ ਵਿੱਚ ਹੀ ਮਿਲਣਗੇ, ਜੇਕਰ ਤੁਸੀਂ ਇਸ ਬੈਚ ਨੂੰ ਸਟਾਰਟ ਕਰ ਲਵੋਗੇ ਜਾਂ ਬਾਏ ਕਰ ਲਵੋਗੇ ਜੀ। ਠੀਕ ਹੈ ਜੀ। ਸੋ ਇਹ ਉਦੋਂ ਤੱਕ ਚੱਲੂਗਾ ਜਦੋਂ ਤੱਕ ਪੇਪਰ ਨਹੀਂ ਹੋਊਗਾ। ਤਾਂ ਤੁਸੀਂ ਉਦੋਂ ਤੱਕ ਜਿਹੜਾ ਇਹਦੇ ਉੱਪਰ ਆਪਣੀ ਅੱਛੀ ਬੈਟਰ ਤਰੀਕੇ ਦੇ ਨਾਲ ਜਿਹੜੀ ਪ੍ਰੀਪਰੇਸ਼ਨ ਆ ਉਹ ਸ਼ੁਰੂ ਕਰ ਸਕਦੇ ਹੈਗੇ ਹੋਗੇ। ਠੀਕ ਹੈ ਜੀ। ਸੋ ਜੇਕਰ ਕੋਈ ਸਟੂਡੈਂਟ ਇੰਟਰਸਟ ਹੋਇਆ ਤਾਂ ਸ਼ੁਰੂਆਤ ਦੇ ਵਿੱਚ ਇੱਕ ਨੰਬਰ ਦਿੱਤਾ ਹੋਇਆ, ਤੁਸੀਂ ਉਸ ਦੇ ਉੱਪਰ ਕੰਟੈਕਟ ਕਰਕੇ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੈਗੇ ਹੋਗੇ। ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਸੈਸ਼ਨ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਮੇਨ ਗੱਲ ਕਰਾਂਗੇ ਕਿ ਆਰੀਅਨ ਸਭਿਅਤਾ ਜਿਹੜੀ ਹੈ ਉਹ ਭਾਰਤ ਦੇ ਵਿੱਚ ਕਿਵੇਂ ਆਈ ਹੈਗੀ। ਔਰ ਇਸ ਤੋਂ ਇਲਾਵਾ ਰਿਗਵੇਦਿਕ ਕਾਲ ਦੇ ਦੌਰਾਨ ਜਿਹੜੀਆਂ ਪ੍ਰਮੁੱਖ ਘਟਨਾਵਾਂ, ਉਹਨਾਂ ਦੇ ਦੇਵਤੇ, ਉਹਨਾਂ ਦਾ ਖਾਣ ਪੀਣ, ਜਿਹੜਾ ਸਾਰਾ ਕੁਝ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਸੋ ਇਹਦੇ ਵਿੱਚੋਂ ਵੀ ਮੋਸਟਲੀ 1-2 ਕੁਐਸਚਨ ਹਮੇਸ਼ਾ ਆਉਂਦੇ ਹੀ ਰਹਿੰਦੇ ਹੈਗੇ ਨੇ। ਸੋ ਇਹ ਕਿਹੜੇ ਪਾਸੋਂ ਆਏ ਨੇ, ਕਿਹਨਾਂ ਨੇ ਕੀ ਕਿਹਾ ਹੈ, ਸਭ ਕੁਝ ਇਹਦੇ ਵਿੱਚ ਇਨਕਲੂਡ ਕੀਤਾ ਹੈ। ਇਸ ਤੋਂ ਬਾਅਦ ਜਿਹੜੀ ਆਪਾਂ ਇਸ 'ਤੇ MCQ ਸ਼ੁਰੂ ਕਰਾਂਗੇ ਮੀਨਸ ਜਦੋਂ ਇਹ ਸਾਰੇ ਟੌਪਿਕ ਕੰਪਲੀਟ ਹੋ ਜਾਣਗੇ ਜੀ। ਠੀਕ ਹੈ ਜੀ। ਤਾਂ ਸ਼ੁਰੂਆਤ ਕਰਦੇ ਹਾਂ। ਸੋ ਇੱਕ ਧਿਆਨ ਰੱਖਣਾ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਹੈ ਸਿੰਧੂ ਘਾਟੀ ਦੀ ਸਭਿਅਤਾ ਆਉਂਦੀ ਹੈਗੀ ਆ, ਜਿਹਨੂੰ ਇੰਡਸ ਸਿਵਲਾਈਜੇਸ਼ਨ ਕਹਿੰਦੇ ਆ। ਇਹ ਵਾਲਾ ਥਿਊਰੀ ਵਾਲਾ ਪਾਰਟ ਆਪਾਂ ਕੰਪਲੀਟ ਕੀਤਾ ਹੋਇਆ ਹੈ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ ਜੀ। ਓਕੇ ਜੀ। ਸਿੰਧੂ ਘਾਟੀ ਦੀ ਸਭਿਅਤਾ ਆਉਂਦੀ ਹੈਗੀ ਆ ਅਤੇ ਉਹਦਾ ਪਤਨ ਹੋ ਜਾਂਦਾ ਹੈ, ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਆਰੀਆ ਨੇ ਬਾਰ-ਬਾਰ ਉੱਥੇ ਹਮਲੇ ਕੀਤੇ। ਇਸ ਤੋਂ ਇਲਾਵਾ ਹੜ੍ਹਾਂ ਨੂੰ ਇੱਕ ਪ੍ਰਮੁੱਖ ਕਾਰਨ ਮੰਨਿਆ ਜਾਂਦਾ ਸੀਗਾ, ਜਿਹਦੇ ਕਾਰਨ ਕਰਕੇ ਇਹ ਸਭਿਅਤਾ ਦਾ ਪਤਨ ਹੋ ਗਿਆ ਸੀਗਾ, ਜੋ ਕਿ ਭਾਰਤ ਦੀ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਵਿਕਸਿਤ ਸਭਿਅਤਾ ਮੰਨੀ ਜਾਂਦੀ ਸੀਗੀ। ਇਸ ਦੇ ਪਤਨ ਤੋਂ ਬਾਅਦ ਭਾਰਤ ਦੇ ਵਿੱਚ ਐਂਟਰੀ ਹੁੰਦੀ ਹੈਗੀ ਆ ਜੀ ਆਰੀਆ ਸਭਿਅਤਾ ਦੀ। ਸੋ ਆਰੀਆ ਲੋਕ ਜਿਹੜੇ ਆ ਉਹ ਭਾਰਤ ਦੇ ਵਿੱਚ ਪ੍ਰਵੇਸ਼ ਕਰਦੇ ਹੈਗੇ ਨੇ। ਠੀਕ ਹੈ ਜੀ। ਕਾਫੀ ਕਹਿ ਸਕਦੇ ਹਾਂ ਪ੍ਰਸਿੱਧ ਲੋਕ ਸੀਗੇ, ਕਾਫੀ ਬਹਾਦਰ ਵੀ ਮੰਨੇ ਜਾਂਦੇ ਸੀ, ਹੱਟੇ ਕੱਟੇ ਤੇ ਬਹਾਦਰ ਜਿਹੜੇ ਕਹੇ ਜਾਂਦੇ ਸੀਗੇ। ਸੋ ਇਹਨਾਂ ਨੇ ਕੀ ਕੀਤਾ, ਸਿੰਧੂ ਘਾਟੀ ਦੇ ਲੋਕਾਂ ਦੇ ਉੱਪਰ ਵਾਰ-ਵਾਰ ਹਮਲੇ ਕੀਤੇ ਤੇ ਸਿੰਧੂ ਘਾਟੀ ਦੇ ਲੋਕਾਂ ਨੇ ਆਪਣਾ ਜਿਹੜਾ ਸਥਾਨ ਆ ਉਹ ਚੇਂਜ ਕਰ ਲਿਆ, ਜਾਂ ਉਹਨਾਂ ਨੂੰ ਕਹਿ ਸਕਦੇ ਹਾਂ ਮਾਰ ਦਿੱਤਾ ਇਹਨਾਂ ਨੇ। ਤਾਂ ਉਸ ਤੋਂ ਬਾਅਦ ਫਿਰ ਆਰੀਆ ਸਭਿਅਤਾ ਜਿਹੜੀ ਹੈ ਉਹ ਭਾਰਤ ਦੇ ਵਿੱਚ ਇਸਟੈਬਲਿਸ਼ ਹੁੰਦੀ ਹੈਗੀ ਆ ਜੀ। ਸੋ ਸਿੰਧੂ ਘਾਟੀ ਦੀ ਸਭਿਅਤਾ ਦਾ ਜਿਹੜਾ ਅੰਤ ਆ ਉਹ ਤਕਰੀਬਨ ਮੰਨਿਆ ਜਾਂਦਾ ਹੈ ਕਿ 1500 ਈਸਵੀ ਪੂਰਵ ਦੇ ਵਿੱਚ ਹੋ ਗਿਆ ਸੀਗਾ ਕੰਪਲੀਟਲੀ। ਵੈਸੇ ਆਪਾਂ ਸਟੱਡੀ ਕੀਤੀ ਸੀਗੀ ਥਿਊਰੀ ਦੇ ਵਿੱਚ ਕਿ 2250 ਤੋਂ ਲੈ ਕੇ 1750 ਤੱਕ ਰਹੀ ਸੀਗੀ ਉਹ। ਠੀਕ ਹੈ। ਆਪਾਂ ਥਿਊਰੀ ਵਾਲੇ ਪਾਰਟ ਦੇ ਵਿੱਚ ਕੀਤਾ ਸੀ ਸਿੰਧੂ ਘਾਟੀ ਦੀ ਸਭਿਅਤਾ ਬਾਰੇ। 2250 ਤੋਂ ਲੈ ਕੇ 1750 ਤੱਕ ਜਿਹੜਾ ਉਹ ਰਹੇ ਸੀਗੇ। ਬਟ ਪੂਰਨ ਤੌਰ ਦੇ ਉੱਪਰ ਉਹ 1500 ਈਸਵੀ ਪੂਰਵ ਦੇ ਵਿੱਚ ਖਤਮ ਹੋ ਗਈ ਸੀ ਅਤੇ ਇਸੇ ਦੇ ਨਾਲ ਹੀ ਭਾਰਤ ਦੇ ਵਿੱਚ ਐਂਟਰੀ ਹੁੰਦੀ ਹੈ ਆਰੀਅਨ ਲੋਕਾਂ ਦੀ। ਠੀਕ ਹੈ ਜੀ। ਤਾਂ ਇਹ ਆਰੀਅਨ ਲੋਕ ਜਿਹੜੇ ਉਹ 1500 ਈਸਵੀ ਪੂਰਵ ਦੇ ਵਿੱਚ ਉੱਤਰ ਪੱਛਮ ਦੇ ਰਸਤੇ ਰਾਹੀਂ ਭਾਰਤ ਦੇ ਵਿੱਚ ਐਂਟਰ ਹੁੰਦੇ ਹੈਗੇ ਨੇ। ਰਸਤਾ ਕਿਹੜਾ ਸੀ ਜੀ? ਅਫਗਾਨਿਸਤਾਨ ਦਾ ਰਸਤਾ ਸੀਗਾ। ਇਸ ਰਸਤੇ ਦੇ ਰਾਹੀਂ ਇਹ ਭਾਰਤ ਦੇ ਵਿੱਚ ਐਂਟਰ ਹੋਏ ਸੀਗੇ। ਠੀਕ ਹੈ ਜੀ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਤੁਹਾਨੂੰ ਮੈਪ ਵੀ ਦੱਸਿਆ ਹੋਇਆ ਹੈ ਕਿ ਭਾਰਤ ਦੇ ਵਿੱਚ ਜਿਹੜੇ
ਆਰੀਅਨ ਲੋਕ ਸੀ ਉਹ ਕਿਸ ਦਿਸ਼ਾ ਦੇ ਵਿੱਚੋਂ ਆਏ ਸੀਗੇ, ਤਾਂ ਇੱਥੇ ਉੱਤਰ ਪੱਛਮ ਮੈਂਸ਼ਨ ਕੀਤਾ ਹੋਇਆ ਆਲਰੇਡੀ, ਤਾਂ ਤੁਸੀਂ ਇਸ ਦੇ ਅਕੋਰਡਿੰਗ ਵੀ ਚੁਣ ਸਕਦੇ ਹੋ। ਉੱਤਰ ਪੱਛਮ ਦਾ ਮਤਲਬ ਹੈ ਕਿ ਉੱਤਰ ਵਾਲੀ ਡਾਇਰੈਕਸ਼ਨ ਅਤੇ ਪੱਛਮ ਦੋਨਾਂ ਦੇ ਖੇਤਰਾਂ ਦੇ ਵਿੱਚੋਂ ਆਏ ਸੀਗੇ, ਇਸੇ ਕਰਕੇ ਇਸ ਨੂੰ ਉੱਤਰ ਪੱਛਮ ਕਹਿੰਦਾ ਹੈ। ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਭਾਰਤ ਦੇ ਵਿੱਚ ਐਂਟਰੀ ਕੀਤੀ ਅਤੇ ਆਪਣਾ ਸਮਰਾਜ ਜਿਹੜਾ ਹੈ ਉਹ ਸਟੈਬਲਿਸ਼ ਕੀਤਾ ਸੀ। ਠੀਕ ਹੈ, ਕਈ ਵਾਰ ਇਹ ਪੁੱਛ ਲੈਂਦੀ ਹੈ ਕਿ ਰਸਤਾ ਮਤਲਬ ਪ੍ਰਮੁੱਖ ਕਿਹੜਾ ਸੀ, ਤਾਂ ਅਫਗਾਨਿਸਤਾਨ ਦਾ ਤੁਸੀਂ ਜਿਹੜਾ ਹੈ ਉਹ ਮੈਂਸ਼ਨ ਕਰਨਾ ਹੈ ਕਿ ਅਫਗਾਨਿਸਤਾਨ ਤੋਂ ਇਹ ਭਾਰਤ ਦੇ ਵਿੱਚ ਐਂਟਰ ਹੋਏ ਸੀਗੇ ਜੀ। ਨੈਕਸਟ ਹੈ ਜੀ ਆਰੀਆ ਦਾ ਭਾਵ। ਸੋ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਰੀਅਨ ਲੋਕ ਭਾਰਤ ਦੇ ਵਿੱਚ ਆਏ ਅਤੇ ਉਹਨਾਂ ਦੇ ਨਾਮ ਦਾ ਕੁਝ ਮੀਨਿੰਗ ਵੀ ਰਿਹਾ ਹੈਗਾ। ਆਰੀਅਨ ਦਾ ਭਾਵ ਇਹ ਸੀਗਾ ਕਿ ਸ਼੍ਰੇਸ਼ਟ। ਠੀਕ ਹੈ, ਆਰੀਅਨ ਲੋਕ ਜਿਹੜੇ ਉਹ ਸ਼੍ਰੇਸ਼ਟ ਮੰਨੇ ਜਾਂਦੇ ਸੀ, ਬੁੱਧੀਮਾਨ ਮੰਨੇ ਜਾਂਦੇ ਸੀਗੇ ਤੇ ਉੱਚੇ ਆਚਰਣ ਵਾਲੇ ਜਿਹੜੇ ਹੈ ਮੰਨੇ ਜਾਂਦੇ ਸੀ। ਮਤਲਬ ਕਿ ਕਰੈਕਟਰ ਜਿਹੜਾ ਹੈ ਉਹਨਾਂ ਦਾ ਬੜਾ ਅੱਛਾ ਕਰੈਕਟਰ ਮੰਨਿਆ ਜਾਂਦਾ ਸੀਗਾ। ਬਹੁਤ ਹੀ ਜ਼ਿਆਦਾ ਬਹਾਦਰ ਵੀ ਸੀਗੇ, ਇਹ ਚੀਜ਼ ਵੀ ਉਹਨਾਂ ਦੇ ਵਿੱਚ ਇਨਕਲੂਡ ਸੀਗੀ। ਸੋ ਇੱਕ ਲੋਕ ਸੀਗੇ ਅਨ ਆਰੀਅਨ ਜਾਂ ਅਨਾਰੀਅਨ ਕਹਿ ਦਿੰਦੇ ਸੀਗੇ ਇਹਨਾਂ ਨੂੰ। ਠੀਕ ਹੈ, ਇਹ ਲੋਕ ਕਿਹੜੇ ਸੀਗੇ, ਜਿਹੜੇ ਦਾਸ ਹੁੰਦੇ ਸੀ ਜਾਂ ਦਾਸੂਜ ਹੁੰਦੇ ਸੀਗੇ, ਇਹ ਸਾਰੇ ਦੇ ਸਾਰੇ ਬੁੱਧੀਹੀਨ ਹੁੰਦੇ ਸੀ, ਘਟੀਆ ਹੁੰਦੇ ਸੀ ਤੇ ਚਰਿੱਤਰਹੀਨ ਹੁੰਦੇ ਸੀਗੇ। ਬਟ ਤੁਸੀਂ ਯਾਦ ਰੱਖਣਾ ਹੈ ਆਰੀਅਨ। ਸੋ ਆਰੀਆ ਲੋਕ ਸੀਗੇ ਜਿਹੜੇ ਇਹ ਬਹਾਦਰ ਸੀ, ਬੁੱਧੀਮਾਨ ਸੀ, ਉੱਚੇ ਆਚਰਣ ਵਾਲੇ ਸੀ ਤੇ ਸ੍ਰੇਸ਼ਟ ਸੀਗੇ, ਮਤਲਬ ਬੈਸਟ ਸੀਗੇ। ਇਹ ਕੁਆਲਿਟੀ ਇਹਨਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਦੇਖਣ ਨੂੰ ਮਿਲਦੀ ਹੈਗੀ ਹੈ ਜੀ। ਠੀਕ ਹੈ ਜੀ, ਸੋ ਆਹ ਕੁਐਸਚਨ ਵੈਰੀ ਇੰਪੋਰਟੈਂਟ ਹੈ ਕਿ ਆਰੀਆ ਦਾ ਮੂਲ ਨਿਵਾਸ ਸਥਾਨ ਕਿਹੜਾ ਹੈ। ਇਸ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਪਿਛਲੀ ਵਾਰ ਬਹੁਤ ਵਾਰ ਜਿਹੜੇ ਆਏ ਹੋਏ ਹੈਗੇ ਨੇ, ਬਹੁਤ ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਨੇ ਕਿ ਕੀ ਉਹਨਾਂ ਦਾ ਮੂਲ ਸਥਾਨ ਸੀਗਾ। ਵੱਖ-ਵੱਖ ਇਤਿਹਾਸਕਾਰਾਂ ਨੇ ਵੱਖ-ਵੱਖ ਦੱਸੇ ਨੇ, ਸੋ ਸਾਰਿਆਂ ਨੂੰ ਹੀ ਮੈਂਸ਼ਨ ਕੀਤਾ ਹੈ। ਸਭ ਤੋਂ ਜ਼ਿਆਦਾ ਪ੍ਰਮੁੱਖ ਕਿਹੜਾ ਹੈ ਉਸ ਚੀਜ਼ ਨੂੰ ਵੀ ਆਪਾਂ ਐਡ ਕੀਤਾ ਹੋਇਆ ਹੈ। ਤਾਂ ਸਭ ਤੋਂ ਪਹਿਲਾਂ ਹੁੰਦਾ ਹੈ ਮੈਕਸ ਮੁਲਰ। ਇਹਦੇ ਅਨੁਸਾਰ ਜਿਹੜਾ ਹੈ ਜਿਹੜੇ ਭਾਰਤ ਦੇ ਵਿੱਚ ਆਰੀਅਨ ਲੋਕ ਆਏ ਸੀ ਇਹ ਮੱਧ ਏਸ਼ੀਆ ਦੇ ਵਾਸੀ ਸੀਗੇ, ਜਾਣੀ ਕਿ ਮੱਧ ਏਸ਼ੀਆ ਦੇ ਵਿੱਚੋਂ ਭਾਰਤ ਦੇ ਵਿੱਚ ਐਂਟਰ ਹੋਏ ਸੀਗੇ। ਇੱਕ ਚੀਜ਼ ਹੋਰ ਦੱਸ ਦੇਵਾਂ ਕਿ ਮੱਧ ਏਸ਼ੀਆ ਤੋਂ ਹੀ ਇਹ ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਜਿਹੜੇ ਨੇ ਇਹਨਾਂ ਦਾ ਮਤਲਬ ਸਹਿਮਤੀ ਮਿਲਦੀ ਹੈ ਕਿ ਇਹ ਮੱਧ ਏਸ਼ੀਆ ਦੇ ਵਿੱਚੋਂ ਹੀ ਆਈ ਹੋਈ ਇੱਕ ਪ੍ਰਜਾਤੀ ਸੀਗੀ। ਮਤਲਬ ਖਾਸ ਤੌਰ ਦੇ ਵਿੱਚ ਮੱਧ ਏਸ਼ੀਆ ਦੇ ਨਾਲ ਹੀ ਇਸ ਨੂੰ ਜੋੜਿਆ ਜਾਂਦਾ ਹੈਗਾ। ਓਕੇ ਜੀ, ਇਹ ਮੈਕਸ ਮੁਲਰ ਦੇ ਅਕੋਰਡਿੰਗ ਹੈ। ਸਾਰੇ ਯਾਦ ਰੱਖਣੇ ਨੇ ਕਿਉਂਕਿ ਕਈ ਵਾਰ ਪੁੱਛ ਲੈਂਦੇ ਹੈਗੇ ਨੇਗੇ। ਠੀਕ ਹੈ, ਤਾਂ ਉਸ ਦੇ ਅਕੋਰਡਿੰਗ ਤੁਹਾਨੂੰ ਰਾਈਟਰ ਦੇ ਅਕੋਰਡਿੰਗ ਹੀ ਦੱਸਣਾ ਪਊਗਾ, ਇਤਿਹਾਸਕਾਰ ਦੇ ਅਕੋਰਡਿੰਗ ਹੀ ਦੱਸਣਾ ਪਊਗਾ। ਸੋ ਵੈਸੇ ਨਾਰਮਲ ਮੱਧ ਏਸ਼ੀਆ ਰਹੂਗਾ। ਠੀਕ ਹੈ, ਕਈ ਵਿਦੇਸ਼ੀ ਲੇਖਕ ਇਸ ਨੂੰ ਉੱਤਰੀ ਜਰਮਨੀ ਤੋਂ ਵੀ ਮੰਨਦੇ ਹੈਗੇ ਨੇ, ਜਾਣੀ ਕਿ ਜਰਮਨੀ ਤੋਂ ਆਏ ਸੀਗੇ। ਇਸ ਤੋਂ ਇਲਾਵਾ ਕੁਝ ਲੋਕ ਇਸ ਨੂੰ ਦੱਖਣੀ ਰੂਸ ਤੋਂ ਆਏ ਜਿਹੜੇ ਮੰਨੇ ਜਾਂਦੇ ਹੈਗੇ ਆ। ਸੋ ਵੱਖ-ਵੱਖ ਸਥਾਨ ਇਹਨਾਂ ਦੇ ਰਹੇ ਹੈਗੇ ਨੇਗੇ। ਇਹਨਾਂ ਦੇ ਵਿੱਚ ਇੱਕ ਪ੍ਰਮੁੱਖ ਸਾਡੇ ਭਾਰਤੀ ਹੈਗੇ ਜਿਨ੍ਹਾਂ ਨੂੰ ਲੋਕ ਮਾਨਸ ਕਿਹਾ ਜਾਂਦਾ ਹੈ। ਇਹ ਸੀਗੇ ਜੀ ਲੋਕ ਮਾਨਸ ਬਾਲ ਗੰਗਾਧਰ ਤਿਲਕ। ਸੋ ਇਹਨਾਂ ਨੂੰ ਜਿਹੜਾ ਹੈ ਨਾਮ ਦਿੱਤਾ ਹੋਇਆ ਸੀ ਜੀ ਲੋਕ ਮਾਨਸ। ਠੀਕ, ਇਹ ਵੀ ਯਾਦ ਰੱਖਣਾ ਹੈ। ਠੀਕ ਹੈ, ਕਿਉਂਕਿ ਲੋਕਾਂ ਦੇ ਪੱਖ ਦੀ ਗੱਲ ਕਰਦੇ ਸੀਗੇ ਔਰ ਹੋਮ ਰੂਲ ਵੀ ਇਹਨਾਂ ਦੇ ਅਕੋਰਡਿੰਗ ਹੀ ਇਹਨਾਂ ਦੇ ਸਮੇਂ ਦੇ ਵਿੱਚ ਹੀ ਆਇਆ ਸੀਗਾ, ਐਨੀਬੇਸ ਦੇ ਦੌਰਾਨ। ਠੀਕ ਹੈ, ਸੋ ਇਹਨਾਂ ਦੀ ਇੱਕ ਪੁਸਤਕ ਸੀਗੀ ਆਰਕਟਿਕ ਹੋਮ ਆਫ ਦਾ ਅਨਾਰਿਸ। ਠੀਕ ਹੈ, ਆਰਕਟਿਕ ਹੋਮ ਆਫ ਆਰੀਅਨਸ। ਸੋ ਇਹ ਪੁਸਤਕ ਜਿਹੜੀ ਇਹਨਾਂ ਦੀ ਹੈਗੀ ਹੈ ਲਿਖੀ ਹੋਈ ਹੈ। ਠੀਕ ਹੈ, ਇੱਕ ਕੁਐਸਚਨ ਆ ਜਾਂਦਾ ਹੁੰਦਾ ਕਈ ਵਾਰ, ਤੁਸੀਂ ਇਸ ਨੂੰ ਵੀ ਨੋਟ ਕਰ ਲੈਣਾ। ਬਾਲ ਗੰਗਾਧਰ ਤਿਲਕ ਦੀ ਹੈਗੀ ਹੈ। ਸੋ ਇਹਨਾਂ ਦੇ ਅਨੁਸਾਰ ਆਰੀਆ ਦਾ ਜਿਹੜਾ ਮੂਲ ਨਿਵਾਸ ਸਥਾਨ ਹੈਗਾ ਉਹ ਅੱਜ ਤੋਂ ਲਗਭਗ 10,000 ਸਾਲ ਪਹਿਲਾਂ ਉੱਤਰੀ ਧਰੁਵ ਦੇ ਪ੍ਰਦੇਸ਼ ਦੇ ਵਿੱਚ ਹੈ। ਠੀਕ ਹੈ ਜੀ, ਇਹ ਕੁਐਸਚਨ ਪਿਛਲੇ ਪੇਪਰਾਂ ਦੇ ਵਿੱਚ ਆਇਆ ਹੋਇਆ ਹੈਗਾ ਤੇ ਉਹਦੇ ਵਿੱਚ ਆਨਸਰ ਵੀ ਜਿਹੜਾ ਹੈ ਉੱਤਰੀ ਧਰੁਵ ਹੀ ਮੈਂਸ਼ਨ ਕੀਤਾ ਹੋਇਆ, ਮਤਲਬ ਕਿ ਰਾਈਟ ਕੀਤਾ ਹੋਇਆ ਹੈਗਾ। ਓਕੇ, ਬਾਲ ਗੰਗਾਧਰ ਤਿਲਕ ਸੀਗਾ, ਇਹਦੇ ਅਕੋਰਡਿੰਗ ਦੱਸਿਆ ਗਿਆ ਹੈ ਕਿ ਇਹ ਉੱਤਰੀ ਧਰੁਵ ਦੇ ਵਿੱਚੋਂ ਆਏ ਹੈਗੇ ਨੇ। ਇਹਨਾਂ ਦੀ ਇੱਕ ਬੁੱਕ ਸੀਗੀ ਆਰਕਟਿਕ ਹੋਮ ਆਫ ਦਾ ਆਰੀਅਨ, ਇਸ ਪੁਸਤਕ ਦੇ ਵਿੱਚ ਇਹਨਾਂ ਨੇ ਇਹ ਦੱਸਿਆ ਹੋਇਆ ਹੈਗਾ ਜੀ। ਨੈਕਸਟ ਹੈ ਜੀ ਇੱਕ ਹੋਰ ਭਾਰਤੀ ਹੈ ਸਵਾਮੀ ਦਿਆਰਾਮ ਸਰਸਵਤੀ। ਇਹਨਾਂ ਦੀ ਇੱਕ ਪੁਸਤਕ ਸੀਗੀ ਜੀ ਸਤਿਆਰਥ ਪ੍ਰਕਾਸ਼। ਇਹਦੇ ਵਿੱਚ ਵੀ ਇਹਨਾਂ ਨੇ ਆਰੀਅਨ ਲੋਕਾਂ ਬਾਰੇ ਦੱਸਿਆ ਹੈਗਾ ਤੇ ਇਹਨਾਂ ਦੇ ਅਕੋਰਡਿੰਗ ਜਿਹੜਾ ਆਰੀਅਨ ਲੋਕ ਆਏ ਆ ਉਹ ਤਿੱਬਤ ਤੋਂ ਆਏ ਹੈਗੇ ਨੇ ਕਿ ਜਾਨੀ ਕਿ ਤਿੱਬਤ ਦੇ ਵਿੱਚੋਂ ਸਾਡੇ ਭਾਰਤ ਦੇ ਵਿੱਚ ਐਂਟਰ ਹੋਏ ਨੇ, ਫਿਰ ਸਾਡੇ ਭਾਰਤ ਦੇ ਉੱਪਰ ਕਬਜ਼ਾ ਵੀ ਕੀਤਾ ਸੀਗਾ। ਓਕੇ, ਇਹਨਾਂ ਦੀ ਪੁਸਤਕ ਹੈ ਸਤਿਆ ਪ੍ਰਕਾਸ਼, ਇਹ ਵੀ ਯਾਦ ਰੱਖਣਾ ਹੈ। ਨੈਕਸਟ ਹੈ ਜੀ FI ਪਜੀਟਰ। ਠੀਕ ਹੈ, ਇਹਨਾਂ ਦੀ ਇੱਕ ਪੁਸਤਕ ਸੀਗੀ ਜੀ ਇਨਸੈਟ ਇੰਡੀਅਨ ਹਿਸਟੋਰੀਕਲ ਇਸ ਹਿਸਟੋਰੀਕਲ ਟ੍ਰੈਡੀਸ਼ਨ। ਇਹਨਾਂ ਦੇ ਅਕੋਰਡਿੰਗ ਵੀ ਜਿਹੜਾ ਹੈ ਆਰੀਅਨ ਲੋਕ ਹੈ ਉਹ ਤਿੱਬਤ ਦੇ ਵਿੱਚੋਂ ਆਏ ਸੀ। ਇਹ ਵੀ ਸਾਡੇ ਭਾਰਤੀ ਵਿਚਾਰਧਾਰਾ ਦੇ ਨਾਲ ਹੀ ਮਿਲਦੇ ਹੈਗੇ। ਕਿਸ ਦੇ ਨਾਲ ਜੀ? ਸਵਾਮੀ ਦਇਆਨੰਦ ਸਰਸਵਤੀ ਦੇ ਨਾਲ ਜੀ। ਨੈਕਸਟ ਹੈ ਜੀ ਡਾਕਟਰ ਅਵਿਨਾਸ਼ ਚੰਦਰ ਦਾਸ ਅਤੇ ਸੰਪੂਰਨਾਨੰਦ। ਇਹਨਾਂ ਦੀ ਇੱਕ ਪੁਸਤਕ ਸੀ ਜੀ ਰਿਗਵੇਦਿਕ ਇੰਡੀਆ। ਇਸ ਪੁਸਤਕ ਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਜਿਹੜੇ ਆਰੀਅਨ ਲੋਕ ਸੀਗੇ ਉਹ ਕਿਤੋਂ ਬਾਹਰੋਂ ਨਹੀਂ ਆਏ ਸੀਗੇ, ਭਾਰਤ ਦੇ ਹੀ ਨਿਵਾਸੀ ਸੀਗੇ ਅਤੇ ਭਾਰਤ ਦੇ ਸਪਤ ਸਿੱਧੂ ਜਿਹੜਾ ਸਥਾਨ ਹੈ ਉਸ ਦੇ ਵਿੱਚ ਰਹਿੰਦੇ ਸੀਗੇ। ਤੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਪਤ ਸਿੱਧੂ ਜਿਹੜਾ ਹੈ ਇਹ ਕਿਸ ਦਾ ਨਾਮ ਸੀਗਾ ਜੀ? ਸਾਡੇ ਪੁਰਾਣੇ ਪੰਜਾਬ ਦਾ ਨਾਮ ਸੀ, ਕਿਉਂਕਿ ਇੱਥੇ 7 ਦਰਿਆ ਵਹਿੰਦੇ ਸੀ। ਇਸੇ ਆਧਾਰ ਦੇ ਉੱਪਰ ਹੀ ਇਸ ਨੂੰ ਸਪਤ ਸਿੱਧੂ ਕਿਹਾ ਗਿਆ ਸੀ ਅਤੇ ਇਸੇ ਖੇਤਰ ਦੇ ਵਿੱਚ ਹੀ ਮੰਨਿਆ ਜਾਂਦਾ ਹੈ ਕਿ ਆਰੀਅਨ ਲੋਕ ਜਿਹੜੇ ਆ ਉਹ ਨਿਵਾਸ ਕਰਦੇ ਸੀਗੇ। ਯਾਨੀ ਕਿ ਡਾਕਟਰ ਅਵਿਨਾਸ਼ ਚੰਦਰ ਦਾਸ ਤੇ ਸੰਪੂਰਨਾਨੰਦ ਦੇ ਅਕੋਰਡਿੰਗ ਜਿਹੜੇ ਆਰੀਅਨ ਲੋਕ ਨੇ ਉਹ ਬਾਹਰੋਂ ਨਹੀਂ ਆਏ ਸੀ, ਉਹ ਭਾਰਤ ਦੇ ਹੀ ਨਿਵਾਸੀ ਸੀਗੇ, ਇੱਥੇ ਹੀ ਜਨਮੇ ਸੀਗੇ ਜੀ।
ठीक है जी। सो ये वैरी इंपॉर्टेंट पॉइंट्स ने, सो सारे तुसी ध्यान दे नाल सुनने भी है, वीडियोज़ भी देखनियां है, PDF भी तुहानूं मिलदियां रहणगीਆਂ, बट वीडियो दे विच तुहानूं बहुत सारे पॉइंट्स नਵੇਂ निकल के आउंदे आ जो तुहाडे माइंड दे विच जिहड़ा सेव हो जांदे हैगे जी। नैक्सट है जी आर्यन का भारत दे विच प्रवेश ਅਤੇ ਉਹਨਾਂ ਦੀਆਂ ਜਿਹੜੀਆਂ ਮੁੱਢਲੀਆਂ ਬਸਤੀਆਂ। ਸੋ ਆਰੀਅਨ ਲੋਕ ਜਿਹੜੇ ਉਹ ਭਾਰਤ ਦੇ ਵਿੱਚ ਕਦੋਂ ਪ੍ਰਵੇਸ਼ ਹੋਏ, ਕਿਸ ਤਰੀਕੇ ਦੇ ਨਾਲ ਪ੍ਰਵੇਸ਼ ਹੋਏ, ਕਿੰਨਾ ਸਮਾਂ ਰਿਹਾ ਤੇ ਕਿਹੜੀਆਂ-ਕਿਹੜੀਆਂ ਉਹਨਾਂ ਦੀਆਂ ਜਿਹੜੀਆਂ ਸੈਟਲਮੈਂਟ ਭਾਰਤ ਦੇ ਵਿੱਚ ਸਟੈਬਲਿਸ਼ ਹੋਈਆਂ ਰਹੀਆਂ। ਸੋ ਇਹਦੇ ਅਕੋਰਡਿੰਗ ਵੀ ਇਤਿਹਾਸਕਾਰ ਜਿਹੜੇ ਆ ਉਹ ਵੱਖ-ਵੱਖ ਜਿਹੜੀਆਂ ਰਹਿਮਾਂ ਰੱਖਦੇ ਨੇ, ਇਹਦੇ ਵਿੱਚ ਵੀ ਵੱਖ-ਵੱਖ ਨੇ, ਠੀਕ ਹੈ ਜੀ। ਸੋ ਇਹਦੇ ਵਿੱਚ ਪਹਿਲਾ ਹੈ ਬਾਲ ਗੰਗਾਧਰ ਤਿਲਕ, ਜਿਨ੍ਹਾਂ ਨੂੰ ਕਿ ਆਪਾਂ ਲੋਕ ਮਾਨਯ ਕਹਿ ਦਿੰਦੇ ਹੈਗੇ ਆ। ਇਹਨਾਂ ਦੇ ਅਕੋਰਡਿੰਗ ਜਿਹੜੇ ਆਰੀਅਨ ਲੋਕ ਸੀਗੇ ਇਹ 6000 ਈਸਵੀ ਪੂਰਵ ਦੇ ਵਿੱਚ ਭਾਰਤ ਦੇ ਵਿੱਚ एंटर होए सीगे। 6000 ईस्वी पूर्व ਦੇ ਵਿੱਚ। ਰਸਤਾ ਤੁਸੀਂ ਯਾਦ ਰੱਖਣਾ ਹੈ ਕਿ ਅਫਗਾਨਿਸਤਾਨ ਦੇ ਰਸਤੇ ਰਾਹੀਂ ਆਏ ਸੀਗੇ ਤੇ ਭਾਰਤ ਦੇ ਉੱਤਰ ਪੱਛਮੀ ਖੇਤਰ ਦੇ ਵਿੱਚ ਦੀ ਇਹ ਐਂਟਰ ਹੋਏ ਸੀਗੇ। ਦੂਸਰੇ ਲਿਖੇ ਗਏ ਇਤਿਹਾਸਕਾਰ ਜੀ ਜੈਕੋਬੀ ਐਂਡ ਵਿੰਟਰਨਸ, ਇਹਨਾਂ ਦੇ ਅਕੋਰਡਿੰਗ ਭਾਰਤ ਦੇ ਵਿੱਚ ਇਹਨਾਂ ਦੇ ਆਉਣ ਦਾ ਸਮਾਂ ਜਿਹੜਾ ਉਹ 5000 ਈਸਵੀ ਤੋਂ ਲੈ ਕੇ 3000 ਈਸਵੀ ਪੂਰਵ ਦਾ ਜਿਹੜਾ ਮੰਨਿਆ ਜਾਂਦਾ ਹੈਗਾ। ਨੈਕਸਟ ਹੈ ਜੀ ਪ੍ਰੋਫੈਸਰ ਮੈਕਸ ਮੁਲਰ, ਇਹਨਾਂ ਦੇ ਅਨੁਸਾਰ 1200 ਈਸਵੀ ਪੂਰਵ ਤੋਂ ਲੈ ਕੇ 1000 ਈਸਵੀ ਪੂਰਵ ਤੱਕ ਦੇ ਸਮੇਂ ਦੇ ਵਿੱਚ ਆਰੀਅਨ ਲੋਕ ਜਿਹੜੇ ਹੈਗੇ ਆ ਉਹ ਭਾਰਤ ਦੇ ਵਿੱਚ ਐਂਟਰ ਹੋਏ ਸੀਗੇ ਜੀ। ਨੈਕਸਟ ਹੈ ਜੀ ਆਰੀਅਨ ਲੋਕਾਂ ਦੇ ਬਾਰੇ ਜ਼ਿਆਦਾਤਰ ਜਿਹੜੇ ਲੋਕ ਸਹਿਮਤ ਨੇ ਕਿ ਕਿਹੜੀ ਕਿਸ ਨੂੰ ਸਹੀ ਮੰਨਿਆ ਜਾਵੇ, ਕਿਉਂਕਿ ਵੱਖ-ਵੱਖ ਨੇ, ਤਾਂ ਉਹਨਾਂ ਦੇ ਅਕੋਰਡਿੰਗ 1500 ਈਸਵੀ ਪੂਰਵ ਤੋਂ ਲੈ ਕੇ 1000 ਈਸਵੀ ਪੂਰਵ ਦੇ ਦੌਰਾਨ ਭਾਰਤ ਦੇ ਵਿੱਚ ਆਰੀਅਨ ਲੋਕ ਜਿਹੜੇ ਆ ਉਹ ਐਂਟਰ ਹੋਏ ਨੇ। ਸੋ ਇਸੇ ਕਾਲ ਦੇ ਦੌਰਾਨ ਹੀ ਇਹ ਵੀ ਧਿਆਨ ਰੱਖਣਾ ਹੈ ਕਿ ਇਹਨਾਂ ਨੇ ਹੀ ਰਿਗਵੇਦ ਗ੍ਰੰਥ ਜਿਹੜਾ ਕਿ ਸੰਸਾਰ ਦਾ ਸਭ ਤੋਂ ਪ੍ਰਾਚੀਨ, ਸਭ ਤੋਂ ਮਹੱਤਵਪੂਰਨ ਗ੍ਰੰਥ ਹੈਗਾ ਉਹਦੀ ਵੀ ਰਚਨਾ ਕੀਤੀ ਸੀਗੀ, ਠੀਕ ਹੈ ਜੀ। ਸੋ ਇਹ ਆਰੀਅਨ ਲੋਕਾਂ ਨੇ ਕੀਤੀ ਸੀ, ਇਸ ਚੀਜ਼ ਨੂੰ ਵੀ ਤੁਸੀਂ ਜਿਹੜਾ ਹੈ ਧਿਆਨ ਦੇ ਵਿੱਚ ਰੱਖਣਾ ਹੈਗਾ। ਔਰ 1500 ਤੋਂ ਲੈ ਕੇ 1000 ਈਸਵੀ ਪੂਰਵ ਦੇ ਵਿੱਚ ਇਹ ਭਾਰਤ ਦੇ ਵਿੱਚ ਐਂਟਰ ਹੋਏ ਸੀਗੇ। ਜੇਕਰ ਤੁਹਾਨੂੰ ਰਾਈਟਰ ਦੇ ਅਕੋਰਡਿੰਗ ਪੁੱਛਿਆ ਜਾਂਦਾ ਹੈ, ਇਤਿਹਾਸਕਾਰ ਦੇ ਅਕੋਰਡਿੰਗ ਪੁੱਛਿਆ ਜਾਂਦਾ ਤਾਂ ਤੁਸੀਂ ਇਹਨਾਂ ਦੇ ਅਕੋਰਡਿੰਗ ਚੁਣ ਲੈਣਾ ਹੈ, ਕਿਉਂਕਿ ਸਾਰੇ ਮੈਂਸ਼ਨ ਕਰ ਦਿੱਤੇ ਨੇ ਮੈਂ, ਓਕੇ ਜੀ। ਅਗਰ ਤੁਹਾਨੂੰ ਵੈਸੇ ਪੁੱਛ ਲੈਂਦਾ ਬਿਨਾਂ ਇਤਿਹਾਸਕਾਰ ਦੇ ਤਾਂ ਤੁਸੀਂ 1500 ਤੋਂ ਲੈ ਕੇ 1000 ਈਸਵੀ ਪੂਰਵ ਵਾਲਾ ਜਿਹੜਾ ਆਪਸ਼ਨ ਹੈ ਉਸ ਨੂੰ ਚੂਜ਼ ਕਰੋਗੇ। ਨੈਕਸਟ ਹੈ ਜੀ ਰਿਗਵੇਦਿਕ ਸਭਿਅਤਾ। ਸੋ ਆਰੀਅਨ ਸਭਿਅਤਾ ਤੋਂ ਬਾਅਦ ਰਿਗਵੇਦਿਕ ਸਭਿਅਤਾ ਹੁੰਦੀ ਹੈਗੀ ਆ। ਰਿਗਵੇਦਿਕ ਸਭਿਅਤਾ ਕੋਈ ਵੱਖਰੀ ਸਭਿਅਤਾ ਨਹੀਂ ਹੁੰਦੀ, ਇਹਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਜਦੋਂ ਆਰੀਅਨ ਲੋਕ ਜਿਹੜੇ ਆ ਰਿਗਵੇਦ ਦੀ ਰਚਨਾ ਕਰ ਦਿੰਦੇ ਹੈਗੇ ਨੇ ਤਾਂ ਉਸ ਤੋਂ ਬਾਅਦ ਇਸ ਸਭਿਅਤਾ ਦਾ ਨਾਮ ਜਿਹੜਾ ਹੈ, ਆਰੀਅਨ ਲੋਕਾਂ ਦਾ ਜਿਹੜਾ ਨਾਮ ਹੈ ਉਹ ਰਿਗਵੇਦਿਕ ਪੈ ਜਾਂਦਾ ਹੈ, ਯਾਨੀ ਕਿ ਰਿਗਵੇਦਿਕ ਸਭਿਅਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਇਹੀ ਡਿਫਰੈਂਸ ਹੈ ਇਹਦੇ ਵਿੱਚ, ਠੀਕ ਹੈ। ਇਹ ਨਾ ਸਮਝੋ ਕਿ ਵੱਖਰੀ ਹੈ, ਇਹ ਜੁੜੀ ਹੋਈ ਹੈ ਆਰੀਅਨ ਲੋਕਾਂ ਦੇ ਨਾਲ ਹੀ, ਕਿਉਂਕਿ ਜਦੋਂ ਰਿਗਵੇਦ ਦੀ ਰਚਨਾ ਹੋ ਗਈ ਸੀ ਤਾਂ ਉਸ ਤੋਂ ਬਾਅਦ ਇਸ ਨੂੰ ਰਿਗਵੇਦਿਕ ਸਭਿਅਤਾ ਜਾਂ ਰਿਗਵੇਦਿਕ ਕਾਲ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ, ਠੀਕ ਹੈ ਜੀ। ਤਾਂ ਰਿਗਵੇਦ ਦੇ ਕਾਲ ਦੇ ਦੌਰਾਨ ਸਭ ਤੋਂ ਪ੍ਰਮੁੱਖ ਗ੍ਰੰਥ ਜਿਹੜਾ ਹੈ ਉਹ ਰਿਗਵੇਦ ਲਿਖਿਆ ਗਿਆ ਸੀਗਾ ਅਤੇ ਇਹ ਆਰੀਆ ਦੀ ਮੁੱਢਲੀ ਸਭਿਅਤਾ ਦਾ ਸਭ ਤੋਂ ਵੱਡਾ ਸੋਮਾ ਹੈ ਜਿਹਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈਗੀ ਆ। ਵੈਸੇ ਤਾਂ ਇਹ ਗ੍ਰੰਥ ਜਿਹੜਾ ਧਾਰਮਿਕ ਪ੍ਰਵਿਰਤੀ ਵਾਲਾ ਹੈ, ਬਟ ਫਿਰ ਵੀ ਕੁਝ ਫੈਕਟਰ ਸਾਨੂੰ ਇਹਦੇ ਵਿੱਚੋਂ ਜਿਹੜੇ ਜਾਣਨ ਨੂੰ ਮਿਲਦੇ ਨੇ, ਜਿਹਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਸਾਨੂੰ ਉਸ ਸਮੇਂ ਦੀ ਰਾਜਨੀਤਿਕ ਤੇ ਸਮਾਜਿਕ ਸਥਿਤੀ ਦਾ ਜਿਹੜਾ ਜਾਇਜ਼ਾ ਲੈਣ ਦੇ ਵਿੱਚ ਮਦਦ ਮਿਲਦੀ ਹੈਗੀ ਆ, ਠੀਕ ਹੈ ਜੀ। ਇਹ ਗ੍ਰੰਥ ਜਿਹੜਾ ਹੈ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ। ਧਿਆਨ ਰੱਖਿਓ ਕਿ ਰਿਗਵੇਦ ਦੇ ਵਿੱਚ ਅਗਰ ਗੱਲ ਕਰੀਏ ਤਾਂ ਵੇਦ ਕਿਹਾ ਜਾਂਦਾ ਇਹਨਾਂ ਨੂੰ, ਅਤੇ ਇਹਨਾਂ ਵੇਦਾਂ ਦੀ ਗਿਣਤੀ ਜਿਹੜੀ ਹੈ ਉਹ 4 ਹੈ, ਜੋ ਕਿ ਆਪਾਂ ਅਗਲੇ ਲੇਟਰ ਵੈਦਿਕ ਕਾਲ ਦੇ ਵਿੱਚ ਪੜਾਂਗੇ, ਠੀਕ ਹੈ, ਇਹਨਾਂ 4 ਦੀ ਪੂਰੀ ਡਿਟੇਲ। ਬਟ ਇਹਦੇ ਵਿੱਚ ਸਿਰਫ ਕੱਲਾ ਜਿਹੜਾ ਰਿਗਵੇਦ ਹੀ ਲਿਖਿਆ ਗਿਆ ਸੀ, ਇਸ ਕਰਕੇ ਆਪਾਂ ਸਿਰਫ ਇਸ ਬਾਰੇ ਹੀ ਇਸ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ ਜੀ, ਓਕੇ। ਇਹ ਸੰਸਾਰ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ, ਨਾ ਕਿ ਸਾਡੀ ਰਿਗਵੇਦਿਕ ਸਭਿਅਤਾ ਦਾ ਜਾਂ ਆਰੀਅਨ ਸਭਿਅਤਾ ਦਾ। ਇਹ ਪੂਰੇ ਸੰਸਾਰ ਦਾ ਹੀ ਸਭ ਤੋਂ ਪੁਰਾਣਾ ਗ੍ਰੰਥ ਮੰਨਿਆ ਜਾਂਦਾ ਹੈਗਾ। ਇਹਨਾਂ ਦੀ ਟੋਟਲ ਗਿਣਤੀ ਜਿਹੜੀ ਆ ਉਹ 4 ਹੈਗੀ ਆ, ਜੋ ਆਪਾਂ ਅਗਲੇ ਚੈਪਟਰ ਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਧਿਆਨ ਰੱਖਣਾ ਕਿ ਰਿਗਵੇਦ ਦੇ ਜਿਹੜੇ ਉਹ 10 ਮੰਡਲ ਹੈਗੇ ਨੇ, ਯਾਨੀ ਕਿ 10 ਮੰਡਲਾਂ ਦੇ ਵਿੱਚ ਇਸ ਨੂੰ ਵੰਡਿਆ ਗਿਆ ਹੈਗਾ, ਅਤੇ 1028 ਸੂਤਕ ਜਿਹੜੇ ਆ ਉਹ ਹੈਗੇ ਨੇ ਇਸ ਦੇ। ਇਸ ਤੋਂ ਇਲਾਵਾ 10500 ਮੰਤਰਾਂ ਦਾ ਵੀ ਜ਼ਿਕਰ ਮਿਲਦਾ ਹੈ। ਸੋ ਇਹ ਸਾਰੇ ਦੇ ਸਾਰੇ ਮੰਤਰ ਹੀ ਨੇ ਮੋਸਟਲੀ, ਠੀਕ ਹੈ, ਜਿੰਨੇ ਵੀ ਹੈਗੇ ਆ 10 ਮੰਡਲ ਨੇ ਇਸ ਦੇ, 1028 ਸੂਤਕ ਨੇ, ਠੀਕ ਹੈ, ਸਕੂਤਰ ਨੇ, ਅਤੇ 10500 ਮੰਤਰ ਇਹਦੇ ਵਿੱਚ ਇਨਕਲੂਡ ਹੈਗੇ ਨੇ। ਸੰਸਾਰ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ, ਸਭ ਤੋਂ ਪਹਿਲਾਂ ਲਿਖਿਆ ਗਿਆ ਗ੍ਰੰਥ ਹੈ ਜੀ। ਨੈਕਸਟ ਹੈ ਜੀ ਇਹਦੀ ਭਾਸ਼ਾ ਵੀ ਯਾਦ ਕਰ ਲੈਣਾ। ਭਾਸ਼ਾ ਜਿਹੜੀ ਹੈ ਇਹਨਾਂ ਦੀ ਸੰਸਕ੍ਰਿਤ ਹੈ, ਸੰਸਕ੍ਰਿਤ ਦੇ ਵਿੱਚ ਇਸ ਨੂੰ ਲਿਖਿਆ ਹੈਗਾ। ਵੈਸੇ ਤਾਂ ਮੈਂ ਤੁਹਾਨੂੰ ਅਗਲੇ ਚੈਪਟਰ ਦੇ ਵਿੱਚ ਪੂਰਾ ਡਿਟੇਲ ਦੇ ਵਿੱਚ ਕਰਾਉਂਗਾ, ਕਿਉਂਕਿ ਇਹਦੇ ਵਿੱਚ ਮੋਸਟਲੀ ਸਿਰਫ ਆਪਾਂ ਮੋٹے-ਮੋٹے ਪੁਆਇੰਟ ਹੀ ਡਿਸਕਸ ਕਰਨੇ ਹੈਗੇ ਨੇ। ਨੈਕਸਟ ਹੈ ਜੀ ਸਮਾਜਿਕ ਜੀਵਨ। ਸੋ ਇਸ ਰਿਗਵੇਦ ਦੇ ਵਿੱਚੋਂ ਹੀ ਸਾਨੂੰ ਉਸ ਸਮੇਂ ਦੀਆਂ ਕਈ ਸਾਰੀਆਂ ਸਮਾਜਿਕ, ਆਰਥਿਕ ਤੇ ਹੋਰ ਜੀਵਨ ਬਾਰੇ ਜਾਣਕਾਰੀ ਮਿਲਦੀ ਹੈ, ਜੋ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋ ਪਹਿਲਾਂ ਸੋਸ਼ਲ ਲਾਈਫ ਦੀ ਗੱਲ ਕਰਾਂਗੇ ਕਿ ਰਿਗਵੇਦਿਕ ਕਾਲ ਦੇ ਦੌਰਾਨ ਜਿਹੜੇ ਲੋਕ ਸੀਗੇ ਉਹਨਾਂ ਦਾ ਸਮਾਜਿਕ ਜੀਵਨ ਕਿਹੋ ਜਿਹਾ ਸੀ, ਉਹਦੇ ਵਿੱਚ ਉਹਨਾਂ ਦਾ ਗ੍ਰਹਿ ਰਮਾਨ ਮਤਲਬ ਕਿ ਕਿਸ ਤਰ੍ਹਾਂ ਦੇ ਰਹਿੰਦੇ ਸੀਗੇ। ਇਸ ਤੋਂ ਇਲਾਵਾ ਪਰਿਵਾਰਕ ਜੀਵਨ, ਪਰਿਵਾਰ ਕਿਵੇਂ ਰਹਿੰਦਾ ਸੀਗਾ, ਵਿਆਹ ਪ੍ਰਣਾਲੀ ਕਿਹੋ ਜਿਹੀ ਸੀਗੀ, ਠੀਕ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ ਅਸੀਂ ਇਸਤਰੀਆਂ ਦੀ ਜਿਹੜੀ ਸਥਿਤੀ ਹੈ ਉਹਦੇ ਬਾਰੇ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਜਾਤੀ ਪ੍ਰਥਾ ਜਿਹੜੀ ਹੈ ਉਹ ਕਿਹੋ ਜਿਹੀ ਸੀ, ਕਿਹਦੇ ਆਧਾਰ ਦੇ ਉੱਪਰ ਵੰਡੀ ਹੋਈ ਸੀ, ਕਿੰਨੀਆਂ ਜਾਤਾਂ ਸੀਗੀਆਂ, ਉਹ ਸਭ ਕੁਝ ਇਸ ਦੇ ਵਿੱਚ ਆ ਜਾਊਗਾ।
ਭੋਜਨ ਕਿਹੜਾ ਖਾਂਦੇ ਸੀ ਕਿਹੜਾ ਨਹੀਂ ਖਾਂਦੇ ਸੀ, ਕਿਹੜੇ ਭੋਜਨ ਤੋਂ ਜਾਣੂ ਸੀ ਕਿਹੜੇ ਤੋਂ ਨਹੀਂ ਸੀ, ਉਹ ਵੀ ਇਹਦੇ ਵਿੱਚ ਇਨਕਲੂਡ ਹੋਊਗਾ। ਪਹਿਰਾਵਾ ਕੀ ਪਹਿਨਦੇ ਸੀਗੇ, ਠੀਕ ਹੈ, ਗਹਿਣੇ ਕਿਹੜੇ ਕਿਹੜੇ ਸੀਗੇ, ਇਹ ਵੀ ਇਹਦੇ ਵਿੱਚ ਆ ਜਾਂਦਾ ਹੈ। ਮਨੋਰੰਜਨ ਦੇ ਸਾਧਨ ਕੀ ਹੈਗੇ ਸੀਗੇ, ਐਂਡ ਨੈਤਿਕਤਾ ਦੀ ਭਾਵਨਾ, ਇਹ ਵੈਰੀ ਵੈਰੀ ਇੰਪੋਰਟੈਂਟ ਹੈ। ਸੋ ਇਹ ਸਾਰੇ ਪੁਆਇੰਟਸ ਆਪਾਂ 1 ਬਾਏ 1 ਡਿਸਕਸ ਕਰਦੇ ਹਾਂ। ਔਰ ਨੈਕਸਟ ਹੈ ਐਜੂਕੇਸ਼ਨ। ਸੋ ਐਜੂਕੇਸ਼ਨ ਵੀ ਜਿਹੜੀ ਹੈ ਇਹਨਾਂ ਦੀ ਸੋਸ਼ਲ ਲਾਈਫ ਦੇ ਵਿੱਚ ਹੀ ਇਨਕਲੂਡ ਕੀਤੀ ਗਈ ਹੈ। ਸੋ ਪਹਿਲਾਂ ਗੱਲ ਕਰਦੇ ਹਾਂ ਇਹਨਾਂ ਦੇ ਗ੍ਰਹਿ ਨਿਰਮਾਣ ਦੀ, ਡਵਿਲਿੰਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਗ੍ਰਹਿ ਨਿਰਮਾਣ ਦਾ ਮਤਲਬ ਹੈ ਕਿ ਇਹਨਾਂ ਦੇ ਜਿਹੜੇ ਆ ਘਰ ਉਹ ਕਿਹੋ ਜਿਹੇ ਸੀਗੇ। ਧਿਆਨ ਰੱਖਿਓ ਕਿ ਜਿਹੜੇ ਆਰੀਅਨ ਲੋਕ ਜਦੋਂ ਭਾਰਤ ਦੇ ਵਿੱਚ ਆਏ ਸੀ ਤਾਂ ਇਹਨਾਂ ਤੋਂ ਆਉਣ ਤੋਂ ਪਹਿਲਾਂ ਜਿਹੜੇ ਇਹ ਅਕਸਰ ਇੱਧਰ ਉੱਧਰ ਘੁੰਮਦੇ ਹੁੰਦੇ ਸੀ, ਮਤਲਬ ਇਹਨਾਂ ਕੋਲੇ ਜਿਹੜਾ ਕੋਈ ਪਰਮਾਨੈਂਟ ਹਾਊਸ ਨਹੀਂ ਹੁੰਦਾ ਸੀਗਾ। ਬਟ ਜਿੱਦਾਂ ਹੀ ਭਾਰਤ ਦੇ ਵਿੱਚ ਆਏ ਤਾਂ ਇਹਨਾਂ ਨੇ ਆਪਣੀ ਪਰਮਾਨੈਂਟ ਜਿਹੜੇ ਰਿਹਾਇਸ਼ ਆ ਉਹ ਕਰ ਲੈਤੀ ਸੀਗੀ ਤੇ ਇੱਧਰ ਉੱਧਰ ਜਿਹੜਾ ਘੁੰਮਣ ਫਿਰਨ ਦੀ ਪ੍ਰਵਿਰਤੀ ਸੀ ਇਹਨਾਂ ਦੀ ਉਹਨੂੰ ਤਿਆਗ ਕੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਜਾਂ ਕਹਿ ਸਕਦੇ ਹੈਗੇ ਹਨ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਸੀ। ਅਤੇ ਇਹਨਾਂ ਦੇ ਘਰ ਵੀ ਯਾਦ ਰੱਖਣਾ, ਵੈਸੇ ਤਾਂ ਮੈਂ ਐਡ ਕਰ ਦਿੱਤਾ ਹੈ ਪਿਕਚਰ ਦੇ ਵਿੱਚ ਕਿ ਲੱਕੜ ਦੇ ਹੁੰਦੇ ਸੀਗੇ, ਠੀਕ ਹੈ, ਲੱਕੜ ਦੇ ਜਿਹੜੇ ਘਰ ਬਣਾਏ ਜਾਂਦੇ ਸੀ ਜਾਂ ਗੁਫਾਵਾਂ ਦੇ ਵਿੱਚ ਰਹਿੰਦੇ ਸੀਗੇ। ਅਤੇ ਇਹਨਾਂ ਦੇ ਉੱਪਰ ਜੋ ਘਾਹ ਬੂਟੇ ਹੁੰਦੇ ਹੈਗੇ ਆ ਜਾਂ ਘਾਹ ਘੂ ਹੁੰਦਾ ਸੀ, ਜਿਹੜਾ ਕਹਿ ਸਕਦੇ ਨਾ ਕੰਡਿਆਂ ਵਾਲੀਆਂ ਜਿਹੜੀਆਂ ਹੁੰਦੀਆਂ ਸੀ, ਉਹ ਸਾਰੀਆਂ ਪਾ ਕੇ ਉਹਨੂੰ ਢੱਕ ਕੇ ਇੱਕ ਹਾਊਸ ਦੇ ਵਿੱਚ, ਜੋ ਮੈਂ ਆਪਾਂ ਪੁਰਾਣੀਆਂ ਝੋਪੜੀਆਂ ਦੀ ਗੱਲ ਕਰਦੇ ਹਾਂ, ਉਸ ਤਰ੍ਹਾਂ ਦੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ। ਪਹਿਲਾਂ ਇਹ ਘੁੰਮਦੇ ਹੁੰਦੇ ਸੀ ਬਟ ਭਾਰਤ ਦੇ ਵਿੱਚ ਆਉਣ ਦੇ ਨਾਲ ਹੀ ਇਹਨਾਂ ਦਾ ਜਿਹੜਾ ਨਾ ਪ੍ਰਵੇਸ਼ ਹੁੰਦਾ ਹੈਗਾ ਤਾਂ ਇਹ ਰਹਿਣਾ ਸ਼ੁਰੂ ਕਰ ਦਿੰਦੇ ਆ ਇੱਕ ਜਗ੍ਹਾ ਦੇ ਵਿੱਚ, ਨਾ ਕਿ ਭਟਕਣ ਦੀ ਜਗ੍ਹਾ ਤੇ। ਇਹ ਇਹਨਾਂ ਦਾ ਗ੍ਰਹਿ ਨਿਰਮਾਣ ਸੀਗਾ ਜੀ। ਓਕੇ, ਨੈਕਸਟ ਹੈ ਜੀ ਪਰਿਵਾਰਕ ਜੀਵਨ। ਸੋ ਵਿਆਹ ਪ੍ਰਣਾਲੀ ਇਹਨਾਂ ਦੀ, ਫੈਮਿਲੀ ਲਾਈਫ ਕਿਹੋ ਜਿਹੀ ਸੀਗੀ ਤੇ ਮੈਰਿਜ ਸਿਸਟਮ ਇਹਨਾਂ ਦਾ ਕਿਹੋ ਜਿਹਾ ਸੀ, ਇਹ ਵੀ ਇਸ ਦੇ ਵਿੱਚ ਇਨਕਲੂਡ ਹੈ। ਤਾਂ ਇਹਦੇ ਵਿੱਚ ਆਰੀਆ ਦੇ ਜਿਹੜੇ ਸਮਾਜਿਕ ਜੀਵਨ ਦਾ ਮੂਲ ਆਧਾਰ ਹੁੰਦਾ ਸੀ ਉਹ ਪਰਿਵਾਰ ਜਾਂ ਕੁਟੁੰਬ ਹੁੰਦਾ ਸੀ। ਇਹ ਵੈਰੀ ਵੈਰੀ ਇੰਪੋਰਟੈਂਟ ਹੈ। ਇਹਨਾਂ ਪੁਆਇੰਟਸ ਨੂੰ ਤੁਸੀਂ ਬੇਸ਼ੱਕ ਕਾਪੀ ਦੇ ਉੱਪਰ ਨੋਟ ਕਰਦੇ ਜਾਓ, ਚਾਹੇ ਤੁਸੀਂ ਧਿਆਨ ਨਾਲ ਸੁਣਦੇ ਜਾਓ, PDF ਤੁਹਾਨੂੰ ਵੈਸੇ ਮਿਲ ਜਾਊਗੀ। ਓਕੇ, ਤਾਂ ਕਿ ਤੁਸੀਂ ਇਹਨਾਂ ਪੁਆਇੰਟਾਂ ਨੂੰ ਹਾਈਲਾਈਟ ਕਰ ਸਕੋ। ਅਗਰ ਤੁਸੀਂ ਨੋਟ ਕਰੋਗੇ ਤਾਂ ਦੁਬਾਰਾ ਜਦੋਂ ਕਲਾਸ ਨੂੰ ਦੇਖੋਗੇ ਅਗਰ ਕੋਈ ਚੀਜ਼ ਸਮਝ ਨਹੀਂ ਹੈ ਤਾਂ ਤੁਹਾਨੂੰ ਈਜ਼ੀਲੀ ਜਿਹੜਾ ਪੱਕਾ ਤੁਹਾਡੇ ਮਾਈਂਡ ਦੇ ਵਿੱਚ ਉਹ ਸੇਵ ਹੋ ਜਾਊਗਾ। ਇਸ ਲਈ ਤੁਸੀਂ ਨਾ ਕਾਪੀ ਤੇ ਵੀ ਕੁਝ ਮੇਨ ਪੁਆਇੰਟਸ ਜਿਹੜੇ ਉਹ ਨੋਟ ਜ਼ਰੂਰ ਕਰਦੇ ਰਿਹਾ ਕਰੋ ਤਾਂ ਕਿ ਤੁਹਾਨੂੰ ਸਿੱਖਣ ਦੇ ਵਿੱਚ ਵੱਧ ਮੌਕਾ ਮਿਲੇ। ਤਾਂ ਪਰਿਵਾਰ ਤੇ ਕੁਟੁੰਬ ਇਹ ਦੋਨੋਂ ਸ਼ਬਦ ਜਿਹੜੇ ਹੈ ਇਹ ਆਰੀਅਨ ਸਮਾਜ ਦੇ ਰੂਪ ਦੇ ਵਿੱਚ ਵਰਤੇ ਜਾਂਦੇ ਸੀ, ਉਸ ਸਮੇਂ ਦੇ ਵਿੱਚ ਵਰਤੇ ਜਾਂਦੇ ਸੀਗੇ। ਇਹ ਪ੍ਰਮੁੱਖ ਆਧਾਰ ਹੁੰਦਾ ਸੀ, ਮਤਲਬ ਕਿ ਪਰਿਵਾਰ ਜਿਹੜਾ ਹੈ ਉਸ ਸਮੇਂ ਦੇ ਵਿੱਚ ਸ਼ੁਰੂ ਹੋ ਗਿਆ ਸੀਗਾ। ਇਹ ਨਹੀਂ ਸੀਗਾ ਕਿ ਵੱਖਰੇ ਵੱਖਰੇ ਰਹਿੰਦੇ ਸੀਗੇ, ਇਸ ਸਮੇਂ ਦੇ ਵਿੱਚ ਪਰਿਵਾਰ ਦੀ ਸ਼ੁਰੂਆਤ ਹੋ ਚੁੱਕੀ ਸੀ, ਯਾਨੀ ਕਿ ਪਰਿਵਾਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਨੇ। ਪਰਿਵਾਰ ਜਿਹੜਾ ਹੁੰਦਾ ਸੀ ਉਹ ਪਿਤਾ ਪੁਰਖੀ ਹੁੰਦਾ ਸੀ। ਪਿਤਾ ਪੁਰਖੀ ਦਾ ਮਤਲਬ ਹੈ ਕਿ ਜ਼ਿਆਦਾਤਰ ਜਿਹੜਾ ਹੈ ਪਰਿਵਾਰ ਦੇ ਵਿੱਚ ਪਿਤਾ ਨੂੰ ਹੀ ਮੁੱਖ ਰੱਖਿਆ ਜਾਂਦਾ ਸੀਗਾ ਅਤੇ ਪਿਤਾ ਪੁਰਖੀ ਪਰਿਵਾਰ ਨੂੰ ਜਿਹੜਾ ਹੈ ਕੁੱਲ ਕਿਹਾ ਜਾਂਦਾ ਸੀਗਾ। ਮੀਨਜ਼ ਕਿ ਜਿਸ ਪਰਿਵਾਰ ਦਾ ਮੁਖੀ ਜਿਹੜਾ ਹੈ ਪਿਤਾ ਹੁੰਦਾ ਸੀਗਾ ਉਸ ਪਰਿਵਾਰ ਨੂੰ ਕੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। ਅਤੇ ਪਰਿਵਾਰ ਦੇ ਮੁਖੀ ਨੂੰ, ਜਿਹੜਾ ਪਰਿਵਾਰ ਦਾ ਮੁਖੀ ਹੁੰਦਾ ਸੀ, ਜਾਂ ਤਾਂ ਉਸ ਨੂੰ ਗ੍ਰਹਿਪਤੀ ਕਿਹਾ ਜਾਂਦਾ ਸੀਗਾ ਤੇ ਜਾਂ ਫਿਰ ਕੁੱਲਪਤੀ। ਇਹ ਯਾਦ ਰੱਖਣਾ ਵੀ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ ਕਿ ਪਰਿਵਾਰ ਜਿਹੜਾ ਹੈ ਉਹ ਕੁੱਲ ਦੇ ਉੱਪਰ ਡਿਪੈਂਡ ਹੁੰਦਾ ਸੀ, ਜਿੱਥੇ ਪਿਤਾ ਪੁਰਖੀ ਹੁੰਦਾ ਸੀਗਾ ਅਤੇ ਪਰਿਵਾਰ ਦੇ ਮੁਖੀ ਨੂੰ ਗ੍ਰਹਿਪਤੀ ਜਾਂ ਫਿਰ ਕੁੱਲਪਤੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪਰਿਵਾਰ ਦਾ ਸਭ ਤੋਂ ਵੱਡਾ ਆਦਮੀ ਜਿਹੜਾ ਹੁੰਦਾ ਸੀ ਉਹੀ ਘਰ ਦਾ ਕਰਤਾ ਧਰਤਾ ਹੁੰਦਾ ਸੀ, ਸਾਰੇ ਕੰਮ ਉਹੀ ਦੇਖਦਾ ਸੀ ਤੇ ਸਾਰੇ ਪਰਿਵਾਰ ਦੇ ਲਈ ਇਹ ਜ਼ਰੂਰੀ ਹੁੰਦਾ ਸੀਗਾ, ਚਾਹੇ ਉਹ ਬੱਚਾ ਹੈ, ਚਾਹੇ ਉਸ ਦਾ ਪੁੱਤਰ ਹੈ, ਚਾਹੇ ਉਸ ਦੀ ਪਤਨੀ ਹੈ, ਕਿ ਸਾਰੇ ਦੇ ਸਾਰੇ ਇਸ ਗ੍ਰਹਿਪਤੀ ਦੇ ਜਿਹੜੇ ਸਾਰੇ ਉਦੇਸ਼ ਨੇ ਉਹਨਾਂ ਨੂੰ ਫੋਲੋ ਕਰੇ। ਜੋ ਵੀ ਇੰਸਟਰਕਸ਼ਨ ਉਹ ਦਿੰਦੇ ਸੀਗੇ ਉਹਨਾਂ ਦੀ ਆਗਿਆ ਦਾ ਪਾਲਣਾ ਕਰਨਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੀ ਇਹਨਾਂ ਦੇ ਲਈ। ਠੀਕ ਹੈ, ਕੁਟੁੰਬ ਦਾ ਸਵਾਮੀ ਯਾਨੀ ਕਿ ਪਿਤਾ ਜਿਹੜਾ ਹੁੰਦਾ ਸੀ ਉਹ ਕੁਟੁੰਬ ਦੀ ਸੰਪत्ति ਦਾ ਸਵਾਮੀ ਹੁੰਦਾ ਸੀ, ਯਾਨੀ ਕਿ ਜਿੰਨੀ ਸੰਪत्ति ਸੀ ਉਸ ਪਰਿਵਾਰ ਦੀ ਉਸ ਸਾਰੀ ਦਾ ਮੁਖੀ ਜਿਹੜਾ ਹੈ ਉਹ ਪਰਿਵਾਰ ਦਾ ਮੁਖੀ ਹੁੰਦਾ ਸੀ, ਜਿਹਨੂੰ ਕੁਲਪਤੀ ਜਾਂ ਗ੍ਰਹਿਪਤੀ ਜਿਹੜਾ ਕਿਹਾ ਜਾਂਦਾ ਸੀਗਾ। ਇਸ ਤਰ੍ਹਾਂ ਦੀ ਸਥਿਤੀ, ਸੋ ਜਿਸ ਤਰ੍ਹਾਂ ਅਸੀਂ ਇੰਡਸ ਸਿਵਲਾਈਜੇਸ਼ਨ ਦੇ ਵਿੱਚ ਪੜ੍ਹਿਆ ਸੀਗਾ ਕਿ ਉਸ ਸਮੇਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਸਥਿਤੀ ਬਹੁਤ ਚੰਗੀ ਸੀ, ਉਸੇ ਤਰੀਕੇ ਦੇ ਨਾਲ ਹੀ ਆਰੀਅਨ ਲੋਕਾਂ ਦੇ ਵਿੱਚ ਵੀ ਜਾਂ ਰਿਗਵੇਦਿਕ ਕਾਲ ਦੇ ਦੌਰਾਨ ਵੀ ਜਿਹੜੀ ਵੂਮਨ ਦੀ ਪੋਜੀਸ਼ਨ ਸੀ ਉਹ ਬਹੁਤ ਅੱਛੀ ਸੀਗੀ। ਸੋ ਇਸ ਸਮੇਂ ਦੇ ਵਿੱਚ ਵੈਦਿਕ ਕਾਲ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਇਸਤਰੀਆਂ ਨੂੰ ਬੜਾ ਉੱਚਾ ਜਿਹੜਾ ਸਥਾਨ ਉਹ ਦਿੱਤਾ ਗਿਆ ਸੀ, ਯਾਨੀ ਕਿ ਉਹਨਾਂ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸੀ, ਉਹਨਾਂ ਨੂੰ ਆਦਰ ਦੀ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਂਦਾ ਸੀ, ਕੋਈ ਜਿਹੜਾ ਨੈਗੇਟਿਵ ਪੁਆਇੰਟਸ ਨਹੀਂ ਹੁੰਦੇ ਸੀ ਇਸਤਰੀਆਂ ਪ੍ਰਤੀ, ਕੋਈ ਭੇਦਭਾਵ ਜਿਹੜਾ ਨਹੀਂ ਕੀਤਾ ਜਾਂਦਾ ਸੀਗਾ। ਪਰਦੇ ਦੀ ਪ੍ਰਥਾ ਦੀ ਜਿਹੜੀ ਰਸਮ ਹੈ ਉਹ ਇੱਥੇ ਪ੍ਰਚਲਿਤ ਨਹੀਂ ਹੋਈ ਸੀਗੀ। ਸੋ ਬਿਨਾਂ ਭੇਦਭਾਵ ਦੇ ਜਿਹੜਾ ਉਹ ਕਿਸੇ ਵੀ ਤਰੀਕੇ ਦਾ ਜਿਹੜਾ ਕੰਮ ਹੈ ਉਹ ਮਰਦਾਂ ਦੇ ਨਾਲ ਕਰ ਸਕਦੀਆਂ ਸੀ। ਕੋਈ ਇਹ ਨਹੀਂ ਸੀਗਾ ਕਿ ਸਿਰਫ ਇੱਥੇ ਮਰਦ ਹੀ ਕੰਮ ਕਰਨਗੇ ਜਾਂ ਇੱਥੇ ਸਿਰਫ ਔਰਤਾਂ ਹੀ ਕੰਮ ਕਰਨੀਆਂ, ਸਭ ਮਿਲ ਕੇ ਕੰਮ ਕਰ ਸਕਦੇ ਸੀਗੇ। ਤੇ ਪਰਦੇ ਦੀ ਜਿਹੜੀ ਪ੍ਰਥਾ ਹੈ ਵੈਰੀ ਵੈਰੀ ਇੰਪੋਰਟੈਂਟ ਹੈ, ਇਹ ਇੱਥੇ ਹਲੇ ਪ੍ਰਚਲਿਤ ਨਹੀਂ ਹੋਈ ਸੀਗੀ। ਸੋ ਕੋਈ ਇਸ ਤਰ੍ਹਾਂ ਦੀ ਹੈ ਨਾ ਪ੍ਰੋਬਲਮ ਨਹੀਂ ਸੀਗੀ। ਇਸ ਤੋਂ ਇਲਾਵਾ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਮਰਦਾਂ ਦੀ ਤਰ੍ਹਾਂ ਜਿਹੜੀ ਹੈ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ ਦਾ ਜਿਹੜਾ ਅਧਿਕਾਰ ਉਹ ਪ੍ਰਾਪਤ ਸੀ, ਉਹ ਜਿੰਨਾ ਚਾਹਣ ਉਹਨਾਂ ਪੜ੍ਹ ਵੀ ਸਕਦੀਆਂ ਸੀ। ਸੋ ਇਸੇ ਕਾਰਨ ਕਰਕੇ ਸਾਨੂੰ ਵੈਦਿਕ ਕਾਲ ਦੇ ਦੌਰਾਨ ਕਈ ਵਿਦਵਾਨ ਇਸਤਰੀਆਂ ਦਾ ਜਿਹੜਾ ਜ਼ਿਕਰ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਅਪਾਲਾ, ਵਿਸ਼ਵਵਾਰਾ, ਕੋਸ਼ਾ, ਲੋਪਾਮੁੰਦਰਾ, ਨਿਵਾਰੀ ਇਹ ਜਿਹੜੀਆਂ ਪ੍ਰਸਿੱਧ ਇਸਤਰੀਆਂ ਰਹੀਆਂ ਨੇ, ਜਿਹੜੀਆਂ ਕਿ ਵੈਦਿਕ ਕਾਲ ਦੇ ਦੌਰਾਨ
ਵਿਦਵਾਨ ਰਹੀਆਂ ਨੇ, ਇਹਨਾਂ ਨੂੰ ਧਾਰਮਿਕ ਗ੍ਰੰਥ ਪੜ੍ਹਨ ਲਿਖਣ ਉਹਨਾਂ ਦੇ ਵਿੱਚ ਕੁਝ ਵੀ ਸੋਧ ਕਰਨ ਦੀ ਜਿਹੜੀ ਅਨੁਮਤੀ ਸੀਗੀ, ਮਤਲਬ ਕਿ ਇੰਨਾ ਜ਼ਿਆਦਾ ਉੱਚਾ ਦਰਜਾ ਜਿਹੜਾ ਹੈ ਸਾਨੂੰ ਵੈਦਿਕ ਕਾਲ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ। ਇਸ ਤੋਂ ਇਲਾਵਾ ਵਿਆਹ ਦੇ ਮਾਮਲੇ ਦੇ ਵਿੱਚ ਵੀ ਇਸਤਰੀਆਂ ਨੂੰ ਕਾਫੀ ਜਿਹੜੀ ਆਜ਼ਾਦੀ ਦਿੱਤੀ ਗਈ ਸੀ, ਉਹ ਆਪਣੀ ਮਰਜ਼ੀ ਦੇ ਅਨੁਸਾਰ ਜਿਹੜਾ ਹੈ ਨਾ ਕਿਸੇ ਵੀ ਵਰ ਨੂੰ ਚੁਣ ਸਕਦੀ ਸੀ। ਕੋਈ ਪ੍ਰੋਬਲਮ ਸੀ ਮੀਨਸ ਕਿ ਲਵ ਮੈਰਿਜ ਜਿਹੜੀ ਉਸ ਸਮੇਂ ਦੇ ਵਿੱਚ ਪ੍ਰਚਲਿਤ ਸੀਗੀ, ਆਪਾਂ ਇਹ ਕਹਿ ਸਕਦੇ ਹਾਂ। ਠੀਕ ਹੈ, ਇਸ ਤੋਂ ਇਲਾਵਾ ਰਿਗਵੇਦਿਕ ਕਾਲ ਦੇ ਵਿੱਚ ਸਤੀ ਪ੍ਰਥਾ ਜਿਹੜੀ ਹੈ ਉਹ ਪ੍ਰਚਲਿਤ ਨਹੀਂ ਸੀਗੀ। ਇਸ ਤੋਂ ਬਾਅਦ ਸਤੀ ਪ੍ਰਥਾ ਪ੍ਰਚਲਿਤ ਹੋ ਗਈ ਸੀ, ਬਟ ਜਦੋਂ ਵੈਦਿਕ ਕਾਲ ਸੀ ਉਸ ਸਮੇਂ ਨਹੀਂ ਸੀ। ਮਤਲਬ ਕਿ ਜਿਹੜੀਆਂ ਵਿਧਵਾਵਾਂ ਹੋ ਜਾਂਦੀਆਂ ਸੀ ਉਹਨਾਂ ਨੂੰ ਆਪਣੀ ਪਤੀ ਦੀ ਜਿਹੜੀ ਚਿਖਾ ਹੈ ਉਹਦੇ ਵਿੱਚ ਨਹੀਂ ਜਲਾਇਆ ਜਾਂਦਾ ਸੀਗਾ, ਉਹ ਜੀਵਤ ਰਹਿੰਦੀਆਂ ਸੀ ਅਤੇ ਦੁਬਾਰਾ ਮੈਰਿਜ ਕਰਵਾ ਸਕਦੀਆਂ ਸੀਗੀਆਂ। ਬਾਲ ਵਿਆਹ ਦਾ ਜਿਹੜਾ ਰਿਵਾਜ ਹੈ ਉਹ ਵੀ ਪ੍ਰਚਲਿਤ ਨਹੀਂ ਸੀਗਾ। ਸੋ ਸਾਰੀਆਂ ਜਿਹੜੀਆਂ ਕਹਿ ਸਕਦੇ ਹਾਂ ਇਸਤਰੀ ਪ੍ਰਤੀ ਹੈ ਨਾ ਬੇਕਾਰ ਪ੍ਰਥਾਵਾਂ ਚੱਲੀਆਂ ਸੀਗੀਆਂ ਘਟੀਆ ਕਿਸਮ ਦੀਆਂ, ਉਹ ਵੈਦਿਕ ਕਾਲ ਦੇ ਵਿੱਚ ਨਹੀਂ ਸੀਗੀਆਂ। ਧਾਰਮਿਕ ਕਾਰਜਾਂ ਦੇ ਵਿੱਚ ਇਸਤਰੀਆਂ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਸੀਗਾ। ਕੋਈ ਇਹ ਨਹੀਂ ਸੀਗਾ ਕਿ ਮੰਦਿਰ ਦੇ ਵਿੱਚ ਜਾਂ ਗੁਰਦੁਆਰੇ ਦੇ ਵਿੱਚ ਇਸਤਰੀ ਨਹੀਂ ਜਾਊਗੀ, ਸਭ ਕੁਝ ਬਰਾਬਰ ਦਾ ਸੀਗਾ। ਓਕੇ, ਇਹ ਵੀ ਜ਼ਰੂਰੀ ਸੀਗਾ ਕਿ ਜੇਕਰ ਇਸਤਰੀ ਨੂੰ ਧਰਮ ਦੇ ਵਿੱਚ ਨਾ ਸ਼ਾਮਲ ਕੀਤਾ ਗਿਆ ਤਾਂ ਉਸ ਤੋਂ ਬਿਨਾਂ ਕੋਈ ਵੀ ਧਾਰਮਿਕ ਉਸਤਵ ਜਿਹੜਾ ਹੈ ਉਹ ਪੂਰਾ ਨਹੀਂ ਸਮਝਿਆ ਜਾਂਦਾ ਸੀ। ਇਸੇ ਕਾਰਨ ਕਰਕੇ ਹੀ ਔਰਤਾਂ ਨੂੰ ਸਹਿ ਧਰਮਣੀ ਵੀ ਕਿਹਾ ਜਾਂਦਾ ਸੀਗਾ, ਕਿਉਂਕਿ ਉਹਨਾਂ ਤੋਂ ਬਿਨਾਂ ਕੋਈ ਵੀ ਧਾਰਮਿਕ ਜਿਹੜਾ ਕੰਮ ਸੀ ਉਹ ਪੂਰਾ ਨਹੀਂ ਹੋ ਪਾਉਂਦਾ ਸੀਗਾ। ਠੀਕ ਹੈ ਜੀ, ਧਿਆਨ ਰੱਖਣਾ ਕਿ ਇਹਨਾਂ ਨੂੰ ਵਿਦਿਅਕ ਐਜੂਕੇਸ਼ਨ ਲੈਣ ਦਾ ਜਿਹੜਾ ਉਹ ਅਧਿਕਾਰ ਸੀਗਾ। ਔਰਤਾਂ ਜਿਹੜੀਆਂ ਉਹ ਮਰਦਾਂ ਦੇ ਬਰਾਬਰ ਸੀਗੀਆਂ, ਬਰਾਬਰ ਦਾ ਕੰਮ ਕਰ ਸਕਦੀਆਂ ਸੀ। ਕੁਝ ਪ੍ਰਸਿੱਧ ਵਿਦਵਾਨ ਔਰਤਾਂ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਲਵ ਮੈਰਿਜ ਦੀ ਜਿਹੜੀ ਆਜ਼ਾਦੀ ਸੀਗੀ, ਸਤੀ ਪ੍ਰਥਾ ਦੀ ਜਿਹੜੀ ਪ੍ਰਚਲਿਤ ਨਹੀਂ ਹੋਈ ਸੀਗੀ, ਬਾਲ ਵਿਆਹ ਦੀ ਪ੍ਰਥਾ ਵੀ ਪ੍ਰਚਲਿਤ ਨਹੀਂ ਹੋਈ ਸੀਗੀ, ਤੇ ਧਾਰਮਿਕ ਖੇਤਰਾਂ ਦੇ ਵਿੱਚ ਵੀ ਉਹਨੂੰ ਬਰਾਬਰ ਦਾ ਜਿਹੜਾ ਦਰਜਾ ਦਿੱਤਾ ਗਿਆ ਸੀ ਜਿਸ ਤਰ੍ਹਾਂ ਕਿ ਮਰਦਾਂ ਨੂੰ ਦਿੱਤਾ ਜਾਂਦਾ ਸੀ। ਜਾਤੀ ਪ੍ਰਥਾ, ਸੋ ਇਸ ਸਮੇਂ ਦੇ ਦੌਰਾਨ ਵੈਦਿਕ ਕਾਲ ਦੇ ਦੌਰਾਨ ਜਾਤੀ ਪ੍ਰਥਾ ਜਿਹੜੀ ਹੈ ਉਹ ਕੱਟੜ ਨਹੀਂ ਸੀਗੀ। ਸੋ ਇਸ ਦੇ ਦੌਰਾਨ ਜਿਹੜਾ ਹੈ ਨਾ ਕੋਈ ਭੇਦਭਾਵ ਖਾਸ ਨਹੀਂ ਸਮਝਿਆ ਜਾਂਦਾ ਸੀਗਾ ਰਿਗਵੇਦਿਕ ਕਾਲ ਦੇ ਦੌਰਾਨ। ਬਟ ਦੋ ਪ੍ਰਮੁੱਖ ਦੇਖਣ ਨੂੰ ਮਿਲਦੀਆਂ ਹੈਗੀ ਇਹਦੇ 'ਚ। ਇੱਕ ਤਾਂ ਇਹ ਸੀਗਾ ਕਿ ਜਿਹੜੇ ਲੋਕ ਗੋਰੇ ਹੁੰਦੇ ਸੀਗੇ, ਗੱਲ ਕਰ ਰਹੇ ਹਾਂ ਆਪਾਂ ਰਿਗਵੇਦਿਕ ਕਾਲ ਦੀ, ਕਿ ਜਿਹੜੇ ਲੋਕ ਗੋਰੇ ਹੁੰਦੇ ਸੀ ਉਹਨਾਂ ਨੂੰ ਆਰੀਆ ਕਿਹਾ ਜਾਂਦਾ ਸੀਗਾ, ਅਤੇ ਜੋ ਲੋਕ ਕਾਲੇ ਰੰਗ ਦੇ ਹੁੰਦੇ ਸੀ ਉਹਨਾਂ ਨੂੰ ਅਨਾਰੀਅਨ ਕਿਹਾ ਜਾਂਦਾ ਸੀ। ਇਹ ਦੋ ਪ੍ਰਮੁੱਖ ਜਾਤਾਂ ਸੀਗੀਆਂ, ਉਹ ਵੀ ਰੰਗ ਦੇ ਆਧਾਰ ਦੇ ਉੱਪਰ। ਠੀਕ ਹੈ, ਇੱਕ ਗੋਰੇ ਸੀਗੇ ਤੇ ਇੱਕ ਕਾਲੇ ਸੀਗੇ। ਸਿੰਪਲ ਜੀ ਗੱਲ ਹੈ, ਜਿਹੜੇ ਗੋਰੇ ਸੀ ਉਹਨਾਂ ਨੂੰ ਆਰੀਆ ਕਿਹਾ ਜਾਂਦਾ ਸੀ ਤੇ ਜਿਹੜੇ ਕਾਲੇ ਰੰਗ ਦੇ ਸੀ ਉਹਨਾਂ ਨੂੰ ਅਨਾਰੀਆ ਕਿਹਾ ਜਾਂਦਾ ਸੀਗਾ। ਠੀਕ ਹੈ ਜੀ, ਬਟ ਇਸ ਤੋਂ ਬਾਅਦ ਹੌਲੀ ਹੌਲੀ ਸਮੇਂ ਦੇ ਵਿੱਚ ਪਰਿਵਰਤਨ ਆਉਂਦਾ ਗਿਆ ਤੇ ਪਰਿਵਰਤਨ ਦੇ ਆਉਣ ਦੇ ਨਾਲ ਇਹਨਾਂ ਨੇ ਜਾਤਾਂ ਵੀ ਬਣਾ ਲਈਆਂ। ਠੀਕ ਹੈ, ਸੋ ਜਾਤਾਂ ਨੂੰ ਬਣਾਉਣ ਦਾ ਜਿਹੜਾ ਪ੍ਰਮੁੱਖ ਕੰਮ ਰਿਹਾ ਸੀਗਾ ਉਹ ਕੰਮ ਦੇ ਅਨੁਸਾਰ ਸੀਗਾ, ਯਾਨੀ ਕਿ ਜਿਹੜਾ ਕੰਮ ਕਰਦਾ ਸੀ ਵਿਅਕਤੀ ਉਸੇ ਦੇ ਆਧਾਰ ਉੱਪਰ ਉਸ ਨੂੰ ਉਸ ਜਾਤੀ ਦੇ ਵਿੱਚ ਰੱਖ ਦਿੱਤਾ। ਇਹ ਕੰਮ ਸੀ, ਬਟ ਹੌਲੀ ਹੌਲੀ ਇਹ ਕੱਟੜਤਾ ਦੇ ਰੂਪ ਦੇ ਵਿੱਚ ਬਦਲ ਗਈ, ਜੋ ਕਿ ਆਪਾਂ ਲੈਟਰ ਵੈਦਿਕ ਪੀਰੀਅਡ ਦੇ ਵਿੱਚ ਪੜਾਂਗੇ। ਬਟ ਇੱਥੇ ਇਹ ਸਿਰਫ ਕੰਮ ਦੇ ਆਧਾਰ ਦੇ ਉੱਪਰ ਹੀ ਹੈਗੀਆਂ ਨੇ। ਠੀਕ ਹੈ, ਤਾਂ ਕੰਮ ਦੇ ਆਧਾਰ ਦੇ ਉੱਪਰ ਇੱਥੇ 4 ਸ਼੍ਰੇਣੀਆਂ ਦੇ ਵਿੱਚ ਜਿਹੜਾ ਹੈ ਇੱਥੇ ਵੰਡਿਆ ਗਿਆ ਸੀ ਇਹਨਾਂ ਨੂੰ, ਜਾਤੀ ਨੂੰ। ਕਿਹੜੀਆਂ ਸੀ? ਸੋ ਪਹਿਲਾ ਸੀ ਪ੍ਰੋਹਿਤ ਜਾਂ ਬ੍ਰਾਹਮਣ। ਇਹ ਸਭ ਤੋਂ ਉੱਚੀ ਜਾਤੀ ਸੀਗੀ, ਜਿਹਦਾ ਮੁੱਖ ਕੰਮ ਸੀਗਾ ਪੜ੍ਹਨ ਪੜ੍ਹਾਉਣ ਦਾ, ਅਤੇ ਜੱਗ ਕਰਨ ਵਾਲੇ ਲੋਕ ਹੁੰਦੇ ਸੀਗੇ ਇਹ। ਅਤੇ ਇਹਨਾਂ ਦੇ ਦੁਆਰਾ ਰਾਜੇ ਨੂੰ ਜਿਹੜਾ ਸਲਾਹ ਦੇਣ ਦਾ ਕੰਮ ਵੀ ਕੀਤਾ ਜਾਂਦਾ ਸੀਗਾ, ਕਿਉਂਕਿ ਇਹ ਪ੍ਰਮੁੱਖ ਸੀ, ਸਭ ਤੋਂ ਉੱਚੇ ਅਧਿਕਾਰੀ ਹੁੰਦੇ ਸੀਗੇ। ਠੀਕ ਹੈ, ਉੱਚੀ ਜਾਤ ਦੇ ਲੋਕ ਸੀਗੇ ਤੇ ਰਾਜੇ ਦੇ ਕਾਫੀ ਕਰੀਬ ਹੁੰਦੇ ਸੀ। ਪ੍ਰੋਹਿਤ ਜਾਂ ਬ੍ਰਾਹਮਣ, ਇਹਨਾਂ ਦਾ ਕੰਮ ਕੀ ਸੀ? ਪੜ੍ਹਨ ਪੜ੍ਹਾਉਣ ਦਾ ਤੇ ਜੱਗ ਕਰਨ ਵਾਲੇ। ਦੂਸਰੇ ਸੀਗੇ ਕਸ਼ਤਰੀ, ਇਹਨਾਂ ਨੂੰ ਯੁੱਧ ਜਾਂ ਰਾਜ ਕਰਨ ਵਾਲੇ ਕਿਹਾ ਜਾਂਦਾ ਸੀਗਾ। ਠੀਕ ਹੈ, ਮੇਨ ਕੰਮ ਇਹਨਾਂ ਦਾ ਜਾਂ ਤਾਂ ਜੰਗ ਲੜਨੀ ਸੀਗੀ ਤੇ ਜਾਂ ਫਿਰ ਰਾਜ ਕਰਨ ਦੀ ਇਹਨਾਂ ਦੇ ਉੱਪਰ ਸ਼ਕਤੀ ਹੁੰਦੀ ਸੀਗੀ। ਤੀਸਰੀ ਜਾਤੀ ਸੀਗੀ ਵੈਸ਼, ਇਹਦਾ ਕੰਮ ਸੀਗਾ ਖੇਤੀ ਦੇ ਕੰਮ ਕਰਨਾ ਤੇ ਵਪਾਰ ਨਾਲ ਸੰਬੰਧਿਤ ਜਿਹੜੇ ਕੰਮ ਕਰਨਾ। ਔਰ ਚੌਥੀ ਜਾਤੀ ਸੀਗੀ ਜੀ ਸਭ ਤੋਂ ਲਾਸਟ ਦੇ ਵਿੱਚ, ਜਿਸ ਨੂੰ ਸਭ ਤੋਂ ਬੜਾ ਸਮਝਿਆ ਜਾਂਦਾ ਸੀਗਾ, ਇਹ ਸੀਗੀ ਜੀ ਸ਼ੂਦਰ। ਤੇ ਸ਼ੂਦਰ ਦਾ ਕੰਮ ਕੀ ਸੀਗਾ? ਪ੍ਰੋਹਿਤ, ਕਸ਼ਤਰੀ ਤੇ ਵੈਸ਼, ਇਹਨਾਂ ਤਿੰਨਾਂ ਦੀ ਜਿਹੜੀ ਕਹਿ ਸਕਦੇ ਹਾਂ ਸੇਵਾ ਕਰਨ ਦੇ ਲਈ ਇਹਨਾਂ ਨੂੰ ਰੱਖਿਆ ਗਿਆ ਸੀਗਾ। ਬਟ ਇੱਥੇ ਜਿਹੜੇ ਸ਼ੂਦਰ ਸੀਗੇ ਇਹਨਾਂ ਦੇ ਨਾਲ ਕੋਈ ਮਾੜਾ ਸਲੂਕ ਨਹੀਂ ਕੀਤਾ ਜਾਂਦਾ ਸੀ। ਇੱਥੇ ਇਹਨਾਂ ਨੂੰ ਬੜੇ ਪਿਆਰ ਦੇ ਨਾਲ, ਮਤਲਬ ਹੈ ਨਾ, ਜਿਸ ਤਰ੍ਹਾਂ ਨਾਰਮਲ ਜ਼ਿੰਦਗੀ ਦੇ ਵਿੱਚ ਅੱਜ ਕਈ ਖੇਤਰਾਂ ਦੇ ਵਿੱਚ ਚੱਲਦਾ ਹੈ, ਉਸ ਤਰ੍ਹਾਂ ਦਾ ਜੀਵਨ ਇਹਨਾਂ ਨੂੰ ਜਿਉਣ ਦਿੱਤਾ ਜਾਂਦਾ ਸੀਗਾ। ਕੋਈ ਉੱਚ ਨੀਚ ਵਾਲੀ ਜਿਹੜੀ ਭਾਵਨਾ ਨਹੀਂ ਹੁੰਦੀ ਸੀ। ਠੀਕ ਹੈ, ਬਟ ਇਹਦਾ ਕੰਮ ਕੀ ਸੀ? ਇਹਨਾਂ ਤਿੰਨਾਂ ਸ਼੍ਰੇਣੀਆਂ ਦਾ, ਪ੍ਰੋਹਿਤ, ਕਸ਼ਤਰੀ, ਵੈਸ਼, ਇਹਨਾਂ ਤਿੰਨਾਂ ਸ਼੍ਰੇਣੀਆਂ ਦੀ ਸੇਵਾ ਕਰਨ ਦੇ ਵਿੱਚ ਇਸ ਨੂੰ ਰੱਖਿਆ ਗਿਆ ਸੀਗਾ। ਠੀਕ ਹੈ, ਬਟ ਕੱਟੜਤਾ ਨਹੀਂ ਸੀਗੀ ਇੱਥੇ। ਇਸ ਤੋਂ ਇਲਾਵਾ ਜਾਤੀ ਪ੍ਰਥਾ ਦੇ ਨਾਲ ਇੱਕ ਚੀਜ਼ ਹੋਰ ਹੈ ਕਿ ਇਸ ਦੇ ਬਾਰੇ ਨਾ, ਜੋ ਆਪਾਂ 4 ਜਾਤਾਂ ਦੀ ਗੱਲ ਕੀਤੀ ਹੈ, ਇਹਦੇ ਸੰਬੰਧਿਤ ਵਿੱਚ ਰਿਗਵੇਦ ਦੇ 10ਵੇਂ ਮੰਡਲ ਦੇ ਵਿੱਚ ਇੱਕ ਪ੍ਰਸਕੂਤ ਲਿਖਿਆ ਗਿਆ ਹੈ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਇਹ ਜਾਤਾਂ ਬਣੀਆਂ ਨੇ ਇਹਦਾ ਆਧਾਰ ਕੀ ਰਿਹਾ ਹੈ। ਇਹਦੇ ਅਕੋਰਡਿੰਗ 4 ਜਾਤਾਂ ਬਣੀਆਂ ਨੇ, ਜਿਹਦੇ ਵਿੱਚ ਪਹਿਲਾ ਹੈ ਕਿ ਬ੍ਰਹਮਾ ਦੇ ਮੂੰਹ ਤੋਂ ਜਿਹੜੇ ਲਿਖਿਆ ਹੈ, ਜੋ ਨਿਕਲੇ ਹੈਗੇ ਨੇ ਉਹਨੂੰ ਬ੍ਰਾਹਮਣ ਕਿਹਾ ਜਾਂਦਾ ਹੈ, ਅਤੇ ਜੋ ਬ੍ਰਹਮਾ ਦੇ ਬਾਹਾਂ ਤੋਂ ਨਿਕਲਿਆ ਹੈ ਉਸ ਨੂੰ ਕਸ਼ਤਰੀ ਕਿਹਾ ਜਾਂਦਾ ਹੈ, ਅਤੇ ਤੀਸਰੇ ਜਿਹੜੇ ਪੇਟ ਤੋਂ ਨਿਕਲੇ ਹੈਗੇ ਨੇ ਉਹਨੂੰ ਵੈਸ਼ ਕਿਹਾ ਜਾਂਦਾ ਹੈ, ਅਤੇ ਚੌਥੇ ਜਿਹੜੇ ਪੈਰ ਤੋਂ ਬਣੇ ਹੈਗੇ ਨੇ ਉਹਨਾਂ ਨੂੰ ਸ਼ੂਦਰ ਕਿਹਾ ਜਾਂਦਾ ਹੈ।
ਇਹ ਰਿਗਵੇਦ ਦੇ 10ਵੇਂ ਮੰਡਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਇਹ ਲਾਈਨ ਵੀ ਤੁਸੀਂ ਯਾਦ ਰੱਖਣੀ ਹੈ। ਤੇ ਪੁਰਸ਼ ਸਕੂਤ ਜਿਹੜਾ ਹੈ ਸ਼ਾਮਲ ਹੈਗਾ, ਠੀਕ ਹੈ। ਮਤਲਬ ਕਿ ਜਿਹੜਾ ਇਨਸਾਨ ਹੈ ਉਹ ਬਣਿਆ ਕਿਵੇਂ ਹੈ, ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ ਬਣਿਆ ਹੈ, ਬਾਹਾਂ ਤੋਂ ਕਸ਼ਤਰੀ ਬਣੇ ਹੈ, ਪੇੜ ਤੋਂ ਵੈਸ਼ ਬਣੇ ਹੈਗੇ ਆ, ਤੇ ਪੈਰ ਤੋਂ ਸ਼ੂਦਰ ਬਣੇ ਨੇਗੇ। ਇਹ ਚੀਜ਼ ਵੀ ਜਿਹੜੀ ਹੈ ਤੁਸੀਂ ਯਾਦ ਰੱਖਣੀ ਨੇ, ਕਈ ਵਾਰ ਪੁੱਛ ਲੈਂਦੇ ਹੈਗੇ, ਵੈਸੇ ਤਾਂ ਅਜੇ ਤੱਕ ਨਹੀਂ ਪੁੱਛਿਆ ਬਟ ਤੁਸੀਂ ਧਿਆਨ 'ਚ ਰੱਖਣਾ ਹੈ, ਠੀਕ ਹੈ ਜੀ। ਨੈਕਸਟ ਹੈ ਜੀ ਫੂਡ। ਸੋ ਰਿਗਵੇਦਿਕ ਕਾਲ ਦੇ ਦੌਰਾਨ ਲੋਕਾਂ ਦਾ ਪ੍ਰਮੁੱਖ ਜਿਹੜਾ ਫੂਡ ਕੀ ਸੀਗਾ, ਸੋ ਇਹਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਸਾਦਾ ਤੇ ਤਾਕਤ ਦੇਣ ਵਾਲਾ ਜਿਹੜਾ ਫੂਡ ਹੈ ਉਸੇ ਦਾ ਹੀ ਇਸਤੇਮਾਲ ਕੀਤਾ ਜਾਂਦਾ ਸੀ, ਜਿਹਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਕਣਕ, ਜੌਂ, ਦੁੱਧ, ਦਹੀਂ, ਘਿਓ, ਮੱਖਣ, ਚਾਵਲ, ਸਬਜ਼ੀਆਂ ਤੇ ਫਲਾਂ ਦਾ ਜਿਹੜਾ ਪ੍ਰਯੋਗ ਕੀਤਾ ਜਾਂਦਾ ਸੀਗਾ। ਇਸ ਤੋਂ ਇਲਾਵਾ ਬੈਲ, ਭੇਡਾਂ, ਬੱਕਰੀਆਂ, ਇਹਨਾਂ ਦਾ ਮਾंस ਵੀ ਕਈ ਖੇਤਰਾਂ ਦੇ ਵਿੱਚ ਖਾਧਾ ਜਾਂਦਾ ਸੀ। ਸਾਰੇ ਨਹੀਂ ਖਾਂਦੇ ਸੀ, ਬਹੁਤ ਲੋਕ ਜਿਹੜੇ ਹੈ ਇਹਨਾਂ ਦਾ ਮਾंस ਵੀ ਖਾ ਲੈਂਦੇ ਸੀਗੇ ਜੀ, ਠੀਕ ਹੈ ਜੀ। ਵੈਦਿਕ ਸਾਹਿਤ ਦੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਵੈਦਿਕ ਕਾਲ ਦੇ ਲੋਕ ਸੀ ਉਹ ਮੂੰਗੀ ਅਤੇ ਮਾਂ ਇਹਨਾਂ ਤੋਂ ਜਾਣੂ ਸੀਗੇ, ਯਾਨੀ ਕਿ ਇਹ ਦਾਲਾਂ ਦਾ ਜ਼ਿਕਰ ਵੀ ਉੱਥੇ ਦੇਖਣ ਨੂੰ ਮਿਲਦਾ ਹੈ। ਜੋ ਅੱਜ ਦੇ ਸਮੇਂ ਦੇ ਵਿੱਚ ਮੂੰਗੀ ਤੇ ਮਾਂ ਹੈ, ਇਹ ਉਸ ਸਮੇਂ ਦੇ ਵਿੱਚ ਵੀ ਹੁੰਦੀਆਂ ਸੀਗੀਆਂ, ਠੀਕ ਹੈ। ਇੱਕ ਵੈਰੀ ਇੰਪੋਰਟੈਂਟ ਪੁਆਇੰਟ ਕਿ ਜਿਹੜੇ ਵੈਦਿਕ ਕਾਲ ਦੇ ਲੋਕ ਸੀਗੇ ਇਹ ਲੂਣ ਤੋਂ ਯਾਨੀ ਕਿ ਨਮਕ ਤੋਂ ਜਿਹੜਾ ਹੈ ਜਾਣੂ ਨਹੀਂ ਸੀਗੇ। ਇਹਨਾਂ ਨੂੰ ਨਮਕ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ, ਮੀਨਜ਼ ਕਿ ਕਿਤੇ ਵੀ ਸਾਨੂੰ ਜਿਹੜਾ ਹੈ ਲੂਣ ਦਾ ਵਰਣਨ ਨਹੀਂ ਮਿਲਦਾ, ਜਿਸ ਤੋਂ ਸਾਨੂੰ ਇਹ ਪਤਾ ਲੱਗ ਸਕੇ ਕਿ ਜਿਹੜੇ ਆਰੀਅਨ ਲੋਕ ਸੀਗੇ ਇਹ ਲੂਣ ਬਾਰੇ ਜਾਣਦੇ ਸੀਗੇ, ਠੀਕ ਹੈ। ਸੋ ਇਹਨਾਂ ਨੂੰ ਲੂਣ ਦੀ ਕੋਈ ਵੀ ਜਿਹੜੀ ਕਹਿ ਸਕਦੇ ਹਾਂ ਜਾਣਕਾਰੀ ਨਹੀਂ ਸੀਗੀ। ਇਹ ਵੈਰੀ ਇੰਪੋਰਟੈਂਟ ਪੁਆਇੰਟ ਹੈ, ਇਸ ਨੂੰ ਅੰਡਰਲਾਈਨ ਕਰ ਲੈਣਾ। ਨੈਕਸਟ ਹੈ ਜੀ ਸੋਮਰਸ ਪੀਣ ਦਾ ਰਿਵਾਜ। ਸੋ ਆਰੀਅਨ ਲੋਕ ਸੀਗੇ ਜਿਹੜੇ ਜਾਂ ਰਿਗਵੇਦਿਕ ਕਾਲ ਦੇ ਲੋਕ ਸੀਗੇ ਇਹ ਸੋਮਰਸ ਪੀਂਦੇ ਹੁੰਦੇ ਸੀਗੇ, ਜੋ ਕਿ ਇੱਕ ਨਸ਼ੀਲਾ ਪਦਾਰਥ ਸੀ। ਬਹੁਤ ਜ਼ਿਆਦਾ ਜਿਹੜੇ ਚਾਹਵਾਨ ਸੀਗੇ ਲੋਕ ਇਸ ਦੇ। ਇਸ ਤੋਂ ਇਲਾਵਾ ਕਈ ਲੋਕ ਜਿਹੜੇ ਆ ਉਹ ਸੁਰਾ ਦੀ ਵਰਤੋਂ ਕਰਦੇ ਸੀ। ਸੋ ਇਹ ਵੀ ਇੱਕ ਨਸ਼ੀਲੀ ਵਸਤੂ ਸੀਗੀ ਜਿਹਦਾ ਤਕਰੀਬਨ ਸਾਰੇ ਲੋਕ ਹੀ ਪ੍ਰਯੋਗ ਕਰਦੇ ਸੀਗੇ, ਖਾਸ ਤੌਰ ਦੇ ਉੱਪਰ ਰਾਜੇ ਮਹਾਰਾਜੇ ਨੇ ਵੀ ਸੀਗੇ, ਠੀਕ ਹੈ। ਬਟ ਇੱਕ ਚੀਜ਼ ਹੋਰ ਧਿਆਨ ਰੱਖਣਾ ਕਿ ਸੁਰਾ ਪਾਨ ਸੀ ਜਿਹੜਾ ਉਸ ਨੂੰ ਖਾਣਾ ਜਾਂ ਪੀਣਾ ਬੁਰਾ ਮੰਨਿਆ ਜਾਂਦਾ ਸੀਗਾ, ਠੀਕ ਹੈ ਜੀ। ਸੁਰਾ ਜ਼ਰੂਰ ਪੀਤਾ ਜਾਂਦਾ ਸੀ ਬਟ ਸੁਰਾ ਪਾਨ ਖਾਣ ਨੂੰ ਜਿਹੜਾ ਹੈ ਬੁਰਾ ਮੰਨਿਆ ਜਾਂਦਾ ਸੀਗਾ। ਸੋਮਰਾ ਸਾਮ ਪੀਆ ਜਾਂਦਾ ਸੀਗਾ ਬਟ ਸੁਰਾ ਵੀ ਪੀਤਾ ਜਾਂਦਾ, ਬਟ ਸੁਰਾ ਪਾਨ ਨੂੰ ਜਿਹੜਾ ਨਹੀਂ ਮੰਨਿਆ ਜਾਂਦਾ ਸੀ ਕਿਉਂਕਿ ਇਹ ਉਸ ਸਮੇਂ ਦੇ ਵਿੱਚ ਮਤਲਬ ਕਿ ਚੰਗਾ ਨਹੀਂ ਸਮਝਿਆ ਜਾਂਦਾ ਸੀ। ਨੈਕਸਟ ਹੈ ਜੀ ਪਹਿਰਾਵਾ ਤੇ ਗਹਿਣੇ, ਡਰੈਸ ਐਂਡ ਔਰਨਾਮੈਂਟਸ। ਉਹਨਾਂ ਦੇ ਦੁਆਰਾ ਕਿਹੋ ਜਿਹਾ ਪਹਿਰਾਵਾ ਹੁੰਦਾ ਸੀ, ਕਿਹੜੇ ਕਿਹੜੇ ਗਹਿਣੇ ਪਹਿਨੇ ਜਾਂਦੇ ਸੀ। ਸੋ ਗਹਿਣੇ ਤੇ ਪਹਿਰਾਵੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੇਮ ਹੀ ਚੱਲਦੇ ਆਉਂਦੇ ਹੈਗੇ, ਬਟ ਥੋੜਾ ਬਹੁਤਾ ਹੀ ਫਰਕ ਪੈਂਦਾ ਹੈ ਨਾ ਇਹਦੇ ਵਿੱਚ। ਸੋ ਬਟ ਧਿਆਨ ਰੱਖਣਾ ਹੈ ਕਿ ਰਿਗਵੇਦਿਕ ਕਾਲ ਦੇ ਦੌਰਾਨ ਜਿਹੜਾ ਹੈ 3 ਤਰ੍ਹਾਂ ਦੇ ਕੱਪੜੇ ਪਹਿਨੇ ਜਾਂਦੇ ਸੀ, ਜਿਹਦੇ ਵਿੱਚ ਪਹਿਲਾ ਨੀਵੀ ਹੁੰਦਾ ਸੀ। ਨੀਵੀ ਦਾ ਮਤਲਬ ਸੀ ਕਿ ਸਰੀਰ ਦੇ ਹੇਠਲੇ ਹਿੱਸੇ ਤੇ ਪਾਏ ਜਾਣ ਵਾਲੇ ਜਿਹੜੇ ਵਸਤਰ ਹੁੰਦੇ ਸੀ, ਜਿਵੇਂ ਲੰਗੋਟ ਅਤੇ ਧੋਤੀ। ਔਰ ਦੂਸਰੀ ਸੀਗੀ ਵਾਸ, ਜਿਹੜਾ ਸਰੀਰ ਦੇ ਵਿਚਕਾਰਲੇ ਹਿੱਸੇ ਤੇ ਪਹਿਨਿਆ ਜਾਂਦਾ ਸੀ, ਜਿਵੇਂ ਕਿ ਕੁੜਤਾ ਜਾਂ ਕਮੀਜ਼ ਆ ਜਾਂਦਾ ਸੀਗਾ। ਤੀਸਰਾ ਕਿਹੜਾ ਹੁੰਦਾ ਸੀ ਅਧਿਵਾਸ, ਜਿਹੜਾ ਸਿਰ ਦੇ ਉੱਪਰ ਪਹਿਨਣ ਵਾਲਾ ਵਸਤਰ ਹੁੰਦਾ ਸੀ, ਜਿਵੇਂ ਕਿ ਪਗੜੀ। ਤੇ ਇਹ 3 ਤਰ੍ਹਾਂ ਦੇ ਕੱਪੜੇ ਜਿਹੜੇ ਹੈਗੇ ਆ ਰਿਗਵੇਦਿਕ ਕਾਲ ਦੇ ਦੌਰਾਨ ਜਾਂ ਆਰੀਅਨ ਲੋਕ ਜਿਹੜੇ ਆ ਉਹ ਪਹਿਨਦੇ ਹੁੰਦੇ ਸੀਗੇ, ਠੀਕ ਹੈ ਜੀ। ਤਾਂ ਕੱਪੜੇ ਕਿਸ ਤਰ੍ਹਾਂ ਦੇ ਹੁੰਦੇ ਸੀ, ਇੱਕ ਤਾਂ ਸੂਤੀ ਕੱਪੜੇ ਹੁੰਦੇ ਸੀ, ਉੱਨੀ ਕੱਪੜੇ ਹੁੰਦੇ ਸੀ ਤੇ ਰੇਸ਼ਮੀ। ਇਹਨਾਂ 3 ਤਰ੍ਹਾਂ ਦੇ ਕੱਪੜਿਆਂ ਨੂੰ ਜਿਹੜਾ ਹੈ ਪ੍ਰਯੋਗ ਕੀਤਾ ਜਾਂਦਾ ਸੀ ਤੇ ਇਹਨਾਂ ਕੱਪੜਿਆਂ ਨੂੰ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਜਲਾਹੇ ਦੀ ਹੁੰਦੀ ਸੀਗੀ। ਸੋ ਜਲਾਹਾ ਹੀ ਜਿਹੜਾ ਹੈ ਲੋੜ ਅਨੁਸਾਰ ਇਹਨਾਂ ਕੱਪੜਿਆਂ ਨੂੰ ਬਣਾਉਂਦਾ ਹੁੰਦਾ ਸੀਗਾ। ਇਸਤਰੀਆਂ ਅਤੇ ਮਰਦਾਂ ਦੇ ਜਿਹੜੇ ਸੁੰਦਰ ਗਹਿਣਿਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀਗੀ। ਸੋ ਇਹ ਜਿਹੜੇ ਗਹਿਣੇ ਹੁੰਦੇ ਸੀ ਸੋਨੇ ਤੇ ਚਾਂਦੀ ਦੇ ਬਣੇ ਹੁੰਦੇ ਸੀਗੇ ਮੋਸਟਲੀ, ਓਕੇ ਜੀ। ਇਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਪਰ ਹਾਰ, ਕੁੰਡਲ, ਅੰਗਤ ਤੇ ਗਜਰੇ ਤੇ ਕੰਠੇ ਜਿਹੜੇ ਗਹਿਣੇ ਦੇਖਣ ਨੂੰ ਮਿਲਦੇ ਨੇ, ਜਿਹੜੇ ਕਿ ਉਸ ਸਮੇਂ ਦੇ ਵਿੱਚ ਇਸਤਰੀਆਂ ਤੇ ਮਰਦ ਦੋਨੋਂ ਹੀ ਪਹਿਨਦੇ ਸੀਗੇ। ਇਹ ਚੀਜ਼ ਜ਼ਰੂਰ ਅੰਡਰਲਾਈਨ ਕਰ ਲੈਣਾ, ਠੀਕ ਹੈ, ਕਿ ਕਿਹੜੇ ਕਿਹੜੇ ਗਹਿਣੇ ਪਹਿਨੇ ਜਾਂਦੇ ਸੀ। ਕਈ ਵਾਰ ਆਪਸ਼ਨ 'ਚ ਆ ਜਾਂਦਾ ਹੈ ਕਿ ਕਿਹੜਾ ਗਹਿਣਾ ਨਹੀਂ ਪਹਿਨਿਆ ਜਾਂਦਾ ਸੀ, ਤਾਂ ਤੁਸੀਂ ਫਿਰ ਉੱਥੋਂ ਆਸਾਨੀ ਦੇ ਨਾਲ ਇਸ ਨੂੰ ਚੂਜ਼ ਕਰ ਸਕੋਗੇ। ਸੋਨੇ ਤੇ ਚਾਂਦੀ ਦੇ ਮਿਲਦੇ ਸੀਗੇ। ਮਨੋਰੰਜਨ, ਸੋ ਇਹਨਾਂ ਦੀ ਗੱਲ ਕਰੀਏ ਕਿ ਮੁੱਖ ਤੌਰ ਦੇ ਉੱਪਰ ਕਿਸ ਤਰੀਕੇ ਦਾ ਜਿਹੜਾ ਮਨੋਰੰਜਨ ਕੀਤਾ ਜਾਂਦਾ ਸੀ। ਮਨੋਰੰਜਨ ਬਹੁਤ ਸਾਰੇ ਤਰੀਕਿਆਂ ਦੇ ਨਾਲ ਕੀਤਾ ਜਾਂਦਾ ਸੀ, ਬਟ ਸਭ ਤੋਂ ਮਨਭਾਉਂਦਾ ਉਹਨਾਂ ਦਾ ਸੀਗਾ ਘੋੜ ਦੌੜ ਦੇਖਣਾ ਤੇ ਰੱਥਾਂ ਦੀ ਦੌੜ ਦੇਖਣਾ। ਇਹ 2 ਦੌੜਾਂ ਸੀਗੀਆਂ ਜਿਹੜੀਆਂ ਕਿ ਉਹਨਾਂ ਦੀਆਂ ਸਭ ਤੋਂ ਜ਼ਿਆਦਾ ਪ੍ਰਮੁੱਖ ਸੀ, ਸਭ ਤੋਂ ਜ਼ਿਆਦਾ ਮਨਪਸੰਦ ਸੀਗੀਆਂ, ਸਭ ਤੋਂ ਵੱਧ ਜਿਹੜੀਆਂ ਦੇਖੀਆਂ ਜਾਂਦੀਆਂ ਸੀ। ਅਕਸਰ ਉਹ ਇਹਨਾਂ ਨੂੰ ਹੀ ਕਰਵਾਇਆ ਕਰਦੇ ਸੀ, ਯਾਨੀ ਕਿ ਘੋੜ ਦੌੜ ਅਤੇ ਰੱਥਾਂ ਦੀ ਦੌੜ। ਨੈਕਸਟ ਹੈ ਨੈਤਿਕਤਾ ਦੀ ਭਾਵਨਾ, ਸਪਿਰਿਟ ਆਫ ਮੋਰਲਿਟੀ। ਇਹ ਵੈਰੀ ਇੰਪੋਰਟੈਂਟ ਹੈ ਕਿਉਂਕਿ ਇਸ ਤਰ੍ਹਾਂ ਦੀ ਸਭਿਅਤਾ ਜਿਹੜੀ ਉਹ ਕਦੇ ਦੇਖਣ ਨੂੰ ਮਿਲਦੀ ਹੈਗੀ ਹੈ ਨਾ। ਸਾਰੀਆਂ ਲੋਕ ਸੀਗੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਦਿਆਲੂ ਸੀਗੇ, ਦਾਨੀ ਸੀਗੇ, ਪ੍ਰਾਹੁਣਿਆਂ ਦਾ ਜਿਹੜਾ ਉਹ ਬੜੀ ਚੰਗੀ ਤਰ੍ਹਾਂ ਜਿਹੜਾ ਸਵਾਗਤ ਕਰਦੇ ਹੁੰਦੇ ਸੀਗੇ, ਕੋਈ ਭੇਦਭਾਵ ਨਹੀਂ ਹੁੰਦਾ ਸੀਗਾ, ਠੀਕ ਹੈ। ਇੰਨੀ ਜ਼ਿਆਦਾ ਮਤਲਬ ਕਿ ਮੋਰਲਿਟੀ ਸੀਗੀ ਕਿ ਉਹ ਕਿਸੇ ਦੇ ਘਰ ਚੋਰੀ ਨਹੀਂ ਕਰਦੇ ਸੀ, ਬਿਨਾਂ ਭੇਦਭਾਵ ਦੇ ਤੁਰੇ ਫਿਰਦੇ ਸੀ ਨਾ। ਸਭ ਕੁਝ ਜਿਹੜਾ ਮਤਲਬ ਕਹਿ ਸਕਦੇ ਹਾਂ ਬੜੇ ਅੱਛੇ ਤਰੀਕੇ ਦਾ ਸੀਗਾ। ਨੈਤਿਕਤਾ ਦੀ ਪੱਖ ਤੋਂ ਗੱਲ ਕਰੀਏ ਤਾਂ ਇਸ ਸਮਾਜ ਦੇ ਵਿੱਚ ਚੋਰਾਂ ਤੇ ਡਾਕੂਆਂ ਤੇ ਪਾਪੀਆਂ ਤੇ ਝੂਠੇ ਲੋਕਾਂ ਤੋਂ ਜਿਹੜੀ ਬੜੀ ਨਫ਼ਰਤ ਕੀਤੀ ਜਾਂਦੀ ਸੀਗੀ, ਠੀਕ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲੋਕ ਵੱਖ-ਵੱਖ ਸਮੇਂ ਦੇ ਉੱਪਰ ਜੱਗ ਕਰਦੇ ਸੀ, ਮੰਤਰਾਂ ਦਾ ਜਾਪ ਕਰਦੇ ਸੀ ਤਾਂ ਕਿ ਅਸੀਂ ਝੂਠੇ ਨਾ ਬਣੀਏ, ਠੀਕ ਹੈ, ਚੋਰੀ ਨਾ ਕਰ ਪਾਈਏ। ਇਹ ਸਾਰੀਆਂ ਚੀਜ਼ਾਂ ਉਸ ਸਮੇਂ ਦੇ ਵਿੱਚ ਪ੍ਰਚਲਿਤ ਸੀਗੀਆਂ। ਐਜੂਕੇਸ਼ਨ, ਸੋ ਐਜੂਕੇਸ਼ਨ ਦੇ ਲਈ ਜਿਹੜਾ ਮੁੱਖ ਤੌਰ ਦੇ ਉੱਪਰ ਉਸ ਸਮੇਂ ਦੇ ਵਿੱਚ ਸਿੱਖਿਆ ਜਿਹੜੀ ਸੀ ਉਹ ਗੁਰੂ ਤੋਂ ਲਈ ਜਾਂਦੀ ਸੀਗੀ। ਗੁਰੂ ਹੀ ਇੱਕ ਅਜਿਹਾ ਸਾਧਨ ਸੀ ਜਿਸ ਤੋਂ ਉਹ ਸਿੱਖਿਆ ਪ੍ਰਾਪਤ ਕਰ ਸਕਦੇ ਹੁੰਦੇ ਸੀਗੇ।
ਗੁਰੂ ਕੌਣ ਹੁੰਦਾ ਸੀ? ਗੁਰੂ ਦਾ ਜਿਹੜਾ ਘਰ ਹੈ ਉਸੇ ਨੂੰ ਹੀ ਪਾਠਸ਼ਾਲਾ ਬਣਾ ਲਿਆ ਜਾਂਦਾ ਸੀਗਾ। ਅਕਸਰ ਉੱਥੇ ਉਸ ਦਾ ਪਿਤਾ ਜਿਹੜਾ ਉਸ ਨੂੰ ਪੜ੍ਹਾਉਂਦਾ ਹੁੰਦਾ ਸੀ ਅਤੇ ਆਂਢ ਗੁਆਂਢ ਦੇ ਜਿਹੜੇ ਬੱਚੇ ਹੈ ਉਹ ਵੀ ਆ ਜਾਂਦੇ ਹੁੰਦੇ ਸੀਗੇ ਉਹਦੇ ਕੋਲ ਹੀ ਪੜ੍ਹਨ, ਠੀਕ ਹੈ, ਅਤੇ ਉਸੇ ਨੂੰ ਹੀ ਜਿਹੜਾ ਗੁਰੂ ਬਣਾ ਲਿਆ ਜਾਂਦਾ ਸੀਗਾ, ਠੀਕ ਹੈ। ਜਿਹੜਾ ਵਿਅਕਤੀ ਉਹਨਾਂ ਨੂੰ ਐਜੂਕੇਸ਼ਨ ਦਿੰਦਾ ਸੀ ਉਸੇ ਨੂੰ ਹੀ ਗੁਰੂ ਕਿਹਾ ਜਾਂਦਾ ਸੀ। ਸੋ ਉਸ ਸਮੇਂ ਅਧਿਆਪਕ ਨਹੀਂ ਕਿਹਾ ਜਾਂਦਾ ਸੀ, ਧਿਆਨ ਰੱਖਣਾ ਕਿ ਗੁਰੂ ਕਿਹਾ ਜਾਂਦਾ ਸੀਗਾ, ਠੀਕ ਹੈ ਜੀ। ਗੁਰੂ ਕੌਣ ਹੁੰਦਾ ਸੀ? ਅਕਸਰ ਹੀ ਪਿਤਾ ਹੁੰਦਾ ਸੀਗਾ, ਜਾਂ ਫਿਰ ਆਂਢ ਗੁਆਂਢ ਦੇ ਵਿੱਚ ਕੋਈ ਹੁੰਦਾ ਸੀ ਜਿਹੜਾ ਵਿਅਕਤੀ ਐਜੂਕੇਟਡ ਹੁੰਦਾ ਸੀ, ਉਹ ਪੜ੍ਹਾਉਂਦਾ ਹੁੰਦਾ ਸੀ, ਉਸੇ ਨੂੰ ਗੁਰੂ ਧਾਰਨ ਕਰ ਲਿਆ ਜਾਂਦਾ ਸੀ। ਉਸ ਸਮੇਂ ਦੇ ਵਿੱਚ ਜਿਹੜੇ ਗ੍ਰੰਥ ਆ ਉਹ ਲਿਖਤੀ ਨਹੀਂ ਸੀਗੇ, ਮਤਲਬ ਸਿਰਫ ਮੌਖਿਕ ਹੀ ਹੁੰਦਾ ਸੀ। ਇਸ ਕਰਕੇ ਸਿੱਖਿਆ ਵੀ ਜਿਹੜੀ ਹੈ ਉਹ ਮੂੰਹ ਜ਼ਬਾਨੀ ਹੁੰਦੀ ਸੀਗੀ। ਸੋ ਜ਼ਿਆਦਾਤਰ ਜਿਹੜਾ ਹੈ ਮੂੰਹ ਜ਼ਬਾਨੀ ਹੀ ਜਿਹੜਾ ਉਸਦਾ ਪ੍ਰੋਨਾਂਸੀਏਸ਼ਨ ਕਰਵਾਈ ਜਾਂਦੀ ਸੀਗੀ, ਬੱਚਿਆਂ ਨੂੰ ਦੱਸਿਆ ਜਾਂਦਾ ਸੀਗਾ ਅਤੇ ਫਿਰ ਉਹ ਅੱਗੇ ਆਪਣੇ ਬੱਚਿਆਂ ਨੂੰ ਅੱਗੇ ਜਿਹੜਾ ਟ੍ਰਾਂਸਫਰ ਕਰਦੇ ਸੀਗੇ, ਕੋਈ ਲਿਖਤੀ ਨਹੀਂ ਹੁੰਦਾ ਸੀਗਾ। ਔਰ ਇਸ ਸਮੇਂ ਦੇ ਵਿੱਚ ਜਿਹੜਾ ਸਿੱਖਿਆ ਦਾ ਮੁੱਖ ਵਿਸ਼ਾ ਹੁੰਦਾ ਸੀ ਉਹ ਵੇਦ ਮੰਤਰਾਂ ਦੇ ਬਾਰੇ ਜਾਣਕਾਰੀ ਦੇਣਾ ਸੀਗਾ। ਇਹਨਾਂ ਦੇ ਉਚਾਰਨ ਨੂੰ ਲੈ ਕੇ ਇਹਨਾਂ ਦੀ ਜਾਣਕਾਰੀ ਦੇਣਾ, ਇਹਨਾਂ ਨੂੰ ਪੂਰਾ ਡੀਪਲੀ ਸਟੱਡੀ ਕਰਾਉਣ ਦੀ ਜ਼ਿੰਮੇਵਾਰੀ ਹੁੰਦੀ ਸੀ ਅਧਿਆਪਕ ਦੀ। ਨੈਕਸਟ ਹੈ ਇਕਨੋਮਿਕ ਲਾਈਫ। ਸੋ ਉਹਨਾਂ ਦੀ ਇਕਨੋਮਿਕ ਲਾਈਫ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਸੀਗੀ? ਸੋ ਇਕਨੋਮਿਕ ਲਾਈਫ ਦੇ ਵਿੱਚ ਪਸ਼ੂ ਪਾਲਣ ਆ ਜਾਂਦੇ ਹੈਗੇ ਨੇਗੇ, ਖੇਤੀਬਾੜੀ ਆ ਜਾਂਦੀ ਹੈ ਜੀ, ਵਪਾਰ ਆ ਜਾਂਦਾ ਹੈ, ਢੋਆ ਢੁਆਈ ਦੇ ਸਾਧਨ ਆ ਜਾਂਦੇ ਹੈਗੇ, ਦੂਜੇ ਧੰਦੇ ਅਤੇ ਹੋਰ ਉਦਯੋਗ ਜਿਹੜੇ ਆ ਜਾਂਦੇ ਹੈਗੇ ਆ, ਤੇ ਦਾਸ ਪ੍ਰਥਾ। ਇਹ ਸਾਰੇ ਦੇ ਸਾਰੇ ਇਹਨਾਂ ਦੀ ਇਕਨੋਮੀ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਇਹਨਾਂ ਤੋਂ ਹੀ ਜਿਹੜੀ ਹੈ ਉਹ ਇਕਨੋਮੀ ਪ੍ਰਾਪਤ ਕਰਦੇ ਸੀਗੇ, ਯਾਨੀ ਕਿ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦੇ ਸੀਗੇ। ਸਭ ਤੋਂ ਪਹਿਲਾਂ ਪਸ਼ੂ ਪਾਲਣ ਹੈ, ਡੋਮੈਸਟੀਕੇਸ਼ਨ ਆਫ ਐਨੀਮਲ। ਸੋ ਇਹਨਾਂ ਦੇ ਵਿੱਚ ਪਸ਼ੂ ਪਾਲਣ ਦੇ ਵਿੱਚ ਸਭ ਤੋਂ ਪ੍ਰਮੁੱਖ ਸੀਗਾ ਜੀ ਗਾਂ ਨੂੰ ਪਾਲਣਾ, ਗਊਆਂ ਨੂੰ ਪਾਲਣਾ, ਠੀਕ ਹੈ, ਕਿਉਂਕਿ ਉਹਦੇ ਵਿੱਚ ਦੇਖਿਆ ਹੈ ਕਿ ਰਿਗਵੇਦ ਦੇ ਵਿੱਚ ਥਾਂ ਥਾਂ ਦੇ ਉੱਪਰ ਗਵਾਲਿਆਂ ਦਾ ਜਿਹੜਾ ਵਰਣਨ ਮਿਲਦਾ ਹੈ। ਸੋ ਗਵਾਲੇ ਕੌਣ ਸੀਗੇ ਜੀ? ਸੋ ਗਵਾਲੇ ਉਹ ਸੀਗੇ ਜਿਹੜੇ ਕਿ ਗਊਆਂ ਦੇ ਝੁੰਡ ਨੂੰ ਚਰਾਉਣ ਦੇ ਲਈ ਚਾਰਾਂਗਾਹਾਂ ਦੇ ਵਿੱਚ ਲੈ ਕੇ ਜਾਂਦੇ ਸੀ, ਉਹਨਾਂ ਨੂੰ ਗਵਾਲੇ ਕਿਹਾ ਜਾਂਦਾ ਸੀ। ਇਹ ਵੀ ਪੁਆਇੰਟ ਤੁਸੀਂ ਨੋਟ ਕਰ ਲੈਣਾ ਹੈ ਕਿ ਗਵਾਲੇ ਕੌਣ ਸੀਗੇ? ਜੋ ਗਊਆਂ ਦੇ ਝੁੰਡ ਨੂੰ ਚਰਾਉਣ ਲਈ ਜਾਂਦੇ ਹੁੰਦੇ ਸੀ ਚਾਰਾਂਗਾਹਾਂ ਦੇ ਵਿੱਚ, ਉਹਨਾਂ ਨੂੰ ਕਿਹਾ ਜਾਂਦਾ ਸੀ ਜੀ ਗਵਾਲੇ। ਗਊਆਂ ਦੇ ਹਿਸਾਬ ਤੋਂ ਹੀ ਸਾਰੀ ਵੱਡੀ ਵਸਤੂਆਂ ਦਾ ਜਿਹੜਾ ਹੈ ਮੁੱਲ ਲਗਾਇਆ ਜਾਂਦਾ ਸੀ। ਮੀਨਸ ਕਿ ਗਊਆਂ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਵਪਾਰ ਵੀ ਕੀਤਾ ਜਾਂਦਾ ਸੀਗਾ। ਸੋ ਜੇਕਰ ਕੋਈ ਵੱਡੀ ਚੀਜ਼ ਹੈ, ਮਹਿੰਗੀ ਚੀਜ਼ ਹੈ, ਮਤਲਬ ਕਿ ਕੀਮਤੀ ਚੀਜ਼ ਹੈ, ਉਹਨੂੰ ਜ਼ਿਆਦਾਤਰ ਜਿਹੜਾ ਹੈ ਗਊ ਦੇ ਨਾਲ ਹੀ ਖਰੀਦਿਆ ਜਾਂ ਵੇਚਿਆ ਜਾਂਦਾ ਸੀਗਾ। ਓਕੇ ਜੀ। ਆਰੀਆ ਦੇ ਕਬੀਲੇ ਗਊ ਨੂੰ ਇੱਕ ਪਵਿੱਤਰ ਪਸ਼ੂ ਸਮਝਦੇ ਸੀਗੇ, ਮਤਲਬ ਕਿ ਜ਼ਿਆਦਾ ਪਵਿੱਤਰ ਮੰਨਦੇ ਸੀਗੇ, ਅਤੇ ਇਸੇ ਪਵਿੱਤਰਤਾ ਦੇ ਆਧਾਰ ਦੇ ਉੱਪਰ ਜਿਹੜਾ ਹੈ ਆਰੀਅਨ ਲੋਕ ਗਊ ਦੀ ਪੂਜਾ ਵੀ ਕਰਦੇ ਰਹੇ ਹੈਗੇ ਨੇ, ਯਾਨੀ ਕਿ ਗਾਂ ਦੀ ਜਿਹੜੀ ਹੈ ਪੂਜਾ ਵੀ ਕਰਦੇ ਰਹੇ ਹੈਗੇ ਨੇ। ਗਊ ਦਾਨ ਨੂੰ ਸਭ ਤੋਂ ਵੱਡਾ ਦਾਨ ਸਮਝਿਆ ਜਾਂਦਾ ਸੀ, ਕਿਉਂਕਿ ਇਹ ਇੱਕ ਪਵਿੱਤਰ ਪਸ਼ੂ ਮੰਨਿਆ ਜਾਂਦਾ ਸੀ ਉਸ ਸਮੇਂ ਦੇ ਵਿੱਚ, ਅਤੇ ਇਹਦੀ ਪੂਜਾ ਸਭ ਤੋਂ ਵੱਧ ਕੀਤੀ ਜਾਂਦੀ ਸੀਗੀ। ਗਊ ਦੀ ਰੱਖਿਆ ਕਰਨ ਵਾਲੇ ਨੂੰ ਗੋਪ ਜਾਂ ਗੋਪਾਲ ਕਿਹਾ ਜਾਂਦਾ ਸੀਗਾ, ਠੀਕ ਹੈ। ਔਰ ਇਸ ਦਾ ਜਿਹੜਾ ਆਰੀਆ ਸਮਾਜ ਸੀ ਉਹ ਬੜਾ ਆਦਰ ਕਰਦੇ ਸੀ, ਕਿਉਂਕਿ ਜਿਹੜਾ ਉਹਨਾਂ ਦਾ ਸਭ ਤੋਂ ਪਵਿੱਤਰ ਜਾਂ ਸਭ ਤੋਂ ਕਹਿ ਸਕਦੇ ਨਾ ਪਵਿੱਤਰ ਪਸ਼ੂ ਹੈ, ਉਹਦੀ ਸਾਂਭ ਸੰਭਾਲ ਕਰਨ ਦੀ ਜ਼ਿੰਮੇਵਾਰੀ, ਉਹਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਗੁਪ ਜਾਂ ਗੋਪਾਲ ਦੀ ਹੁੰਦੀ ਸੀ। ਇਸੇ ਕਰਕੇ ਹੀ ਆਰੀਆ ਸਮਾਜ ਦੇ ਜਿਹੜੇ ਲੋਕ ਸੀ ਇਹਦਾ ਖਾਸ ਤੌਰ ਦੇ ਉੱਪਰ ਜਿਹੜਾ ਧਿਆਨ ਰੱਖਦੇ ਸੀਗੇ, ਆਦਰ ਵੀ ਕਰਦੇ ਸੀਗੇ। ਗਊਆਂ ਤੋਂ ਇਲਾਵਾ ਇਸ ਸਮਾਜ ਦੇ ਵਿੱਚ ਘੋੜੇ, ਬੈਲ, ਭੇਡਾਂ, ਬੱਕਰੀਆਂ ਅਤੇ ਕੁੱਤੇ, ਇਹਨਾਂ ਦਾ ਵੀ ਪਾਲਣ ਪੋਸ਼ਣ ਜਿਹੜਾ ਹੈ ਉਹ ਕੀਤਾ ਜਾਂਦਾ ਸੀਗਾ। ਸਿਰਫ ਗਊਆਂ ਹੀ ਨਹੀਂ ਸੀਗੀਆਂ, ਠੀਕ ਹੈ ਜੀ। ਸੋ ਅੱਗੇ ਜ਼ਮੀਨ ਜਿਹੜੀ ਹੈ ਇਹ ਦੋ ਤਰ੍ਹਾਂ ਦੀ ਸੀਗੀ ਉਸ ਸਮੇਂ ਦੇ ਵਿੱਚ ਵੰਡੀ ਹੋਈ, ਜਿਹਦੇ ਉੱਪਰ ਖੇਤੀ ਕੀਤੀ ਜਾਂਦੀ ਸੀਗੀ ਜੀ, ਠੀਕ ਹੈ। ਕਿਹੜੀਆਂ ਸੀਗੀਆਂ ਜੀ? ਇੱਕ ਉਰਵਰਾ ਤੇ ਦੂਸਰੀ ਖਿਲਿਸ਼। ਦੋ ਤਰ੍ਹਾਂ ਦੀ ਜ਼ਮੀਨ ਉਸ ਸਮੇਂ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ ਆ। ਸੋ ਪਹਿਲੀ ਹੈ ਉਰਵਰਾ। ਉਰਵਰਾ ਉਹ ਜ਼ਮੀਨ ਸੀਗੀ, ਉਹ ਧਰਤੀ ਸੀ ਜਿਸ ਦੇ ਵਿੱਚ ਖੇਤੀ ਕੀਤੀ ਜਾਂਦੀ ਸੀ ਅਤੇ ਜਿਸ ਉੱਤੇ ਕਿਸੇ ਵਿਸ਼ੇਸ਼ ਪਰਿਵਾਰ ਦਾ ਅਧਿਕਾਰ ਹੁੰਦਾ ਸੀ। ਧਿਆਨ ਰੱਖਣਾ ਕਿ ਤੇ ਖੇਤੀ ਕੀਤੀ ਜਾਂਦੀ ਸੀਗੀ ਤੇ ਕਿਸੇ ਇੱਕ ਖਾਸ ਵਿਅਕਤੀ ਜਾਂ ਪਰਿਵਾਰ ਦੇ ਅਧੀਨ ਇਹ ਹੁੰਦੀ ਸੀਗੀ। ਦੂਸਰੀ ਖਿਲੇਜ ਸੀਗੀ। ਖਿਲੇਜ ਉਹ ਜ਼ਮੀਨ ਸੀਗੀ ਜਿਹੜੀ ਕਿ ਘਾਹ ਵਾਲੀ ਜ਼ਮੀਨ ਹੁੰਦੀ ਸੀਗੀ ਜਾਂ ਘਾਹ ਵਾਲੀ ਧਰਤੀ ਹੁੰਦੀ ਸੀਗੀ, ਜੋ ਕਿ ਪਿੰਡ ਦੇ ਲੋਕਾਂ ਦੀ ਸਾਂਝੀ ਜਾਇਦਾਦ ਹੁੰਦੀ ਸੀਗੀ, ਠੀਕ ਹੈ। ਸਾਂਝੀ ਸਮਝੀ ਜਾਂਦੀ ਸੀ, ਕਿਸੇ ਇੱਕ ਵਿਅਕਤੀ ਦੇ ਉੱਪਰ ਅਧਿਕਾਰ ਨਹੀਂ ਹੁੰਦਾ ਸੀ, ਤੇ ਜਿੱਥੇ ਪਿੰਡ ਦੇ ਲੋਕ ਆਪਣੇ ਪਸ਼ੂਆਂ ਨੂੰ ਚਾਰਨ ਦੇ ਲਈ ਲੈ ਕੇ ਜਾਂਦੇ ਹੁੰਦੇ ਸੀਗੇ ਵੱਖ-ਵੱਖ ਤਰ੍ਹਾਂ ਦੇ, ਠੀਕ ਹੈ ਜੀ। ਧਿਆਨ ਰੱਖਣਾ ਇਹ ਦੋਨੋਂ ਤਰ੍ਹਾਂ ਦੀਆਂ ਜ਼ਮੀਨਾਂ ਦੀਆਂ ਕਿਸਮਾਂ ਵੀ ਤੁਸੀਂ ਯਾਦ ਰੱਖਣੀਆਂ। ਦੋ ਭਾਗਾਂ ਦੇ ਵਿੱਚ ਵੰਡੀ ਹੋਈ ਸੀ। ਉਰਵਰਾ ਉਹ ਜ਼ਮੀਨ ਸੀ ਜਿੱਥੇ ਖੇਤੀ ਕੀਤੀ ਜਾਂਦੀ ਸੀ ਤੇ ਵਿਸ਼ੇਸ਼ ਅਧਿਕਾਰ ਦੇ ਅਧੀਨ ਸੀ। ਖਿਲੇਜ ਉਹ ਸੀਗੀ ਜਿਹੜੀ ਕਿ ਘਾਹ ਵਾਲੀ ਜ਼ਮੀਨ ਸੀ ਤੇ ਸਾਰੇ ਪਿੰਡ ਦੀ ਸਾਂਝੀ ਸੀਗੀ ਅਤੇ ਉੱਥੇ ਪਸ਼ੂ ਚਰਾਉਣ ਦੇ ਲਈ ਸਾਰਾ ਪਿੰਡ ਹੀ ਜਾਂਦਾ ਹੁੰਦਾ ਸੀਗਾ। ਖੇਤੀ ਕਰਨ ਦੇ ਲਈ ਹਲ ਅਤੇ ਬੈਲਾਂ ਦਾ ਜਿਹੜਾ ਹੈ ਉਹ ਪ੍ਰਯੋਗ ਕੀਤਾ ਜਾਂਦਾ ਸੀਗਾ। ਇਸ ਤੋਂ ਇਲਾਵਾ ਕੁਝ ਪ੍ਰਮੁੱਖ ਫਸਲਾਂ ਵੀ ਹੈਗੀਆਂ, ਜਿਵੇਂ ਜੌਂ, ਕਣਕ, ਚਾਵਲ, ਤਿਲ, ਕਪਾਹ ਅਤੇ ਤੇਲ ਦੇ ਬੀਜਾਂ ਦੀ ਜਿਹੜੀ ਫਸਲ ਹੈ ਉਹ ਇਸ ਸਮੇਂ ਦੇ ਵਿੱਚ ਬੀਜੀ ਜਾਂਦੀ ਸੀਗੀ, ਠੀਕ ਹੈ ਜੀ। ਤਾਂ ਖੇਤੀਬਾੜੀ ਵਾਲਾ ਪੁਆਇੰਟ ਸੀ, ਥੋੜਾ ਜਿਹਾ ਪੁਆਇੰਟ ਮਿਸਟੇਕ ਹੋ ਗਿਆ ਉੱਪਰਲੀ ਸਾਈਡ ਦੇ। ਓਕੇ, ਨੈਕਸਟ ਹੈ ਜੀ ਵਪਾਰ, ਟ੍ਰੇਡ। ਸੋ ਇਹਨਾਂ ਦਾ ਟ੍ਰੇਡ ਜਿਹੜਾ ਹੈ ਉਹ ਕਿਸ ਤਰੀਕੇ ਦਾ ਸੀਗਾ? ਸੋ ਟ੍ਰੇਡ ਯਾਨੀ ਕਿ ਵਪਾਰ ਨੂੰ ਕਰਨ ਦੇ ਲਈ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਪੈਸੇ ਦੀ ਜਿਹੜੀ ਹੈ ਜ਼ਰੂਰਤ ਪੈਂਦੀ ਹੈ, ਤਾਂ ਇਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਸਮੇਂ ਦੇ ਵਿੱਚ ਇੱਕ ਨਿਸ਼ਕ ਨਾਮੀ ਜਿਹੜਾ ਸੋਨੇ ਦਾ ਸਿੱਕਾ ਜਾਰੀ ਕੀਤਾ ਗਿਆ ਸੀ, ਜਿਹਦੇ ਨਾਲ ਸਮਾਨ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਸੀਗਾ। ਨਿਸ਼ਕ ਨਾਮੀ ਸੋਨੇ ਦਾ ਸਿੱਕਾ ਸੀ, ਰਿਗਵੇਦਿਕ ਕਾਲ ਦੇ ਦੌਰਾਨ ਪ੍ਰਸਿੱਧ ਹੋਇਆ ਸੀਗਾ, ਠੀਕ ਹੈ।
ਇਸ ਤੋਂ ਇਲਾਵਾ ਵਪਾਰ ਕਰਨ ਦੇ ਲਈ ਸਭ ਤੋਂ ਪ੍ਰਮੁੱਖ ਵਿਧੀ ਸੀਗੀ ਜੀ ਵਸਤੂ ਵਟਾਂਦਰੇ ਦੀ ਪ੍ਰਣਾਲੀ, ਜਿਹਨੂੰ ਬਾਰਟਰ ਸਿਸਟਮ ਕਹਿ ਦਿੰਦੇ ਹੈਗੇ ਆ। ਇਹ ਬਹੁਤ ਜ਼ਿਆਦਾ ਪ੍ਰਚਲਿਤ ਸੀਗੀ ਔਰ ਆਮ ਤੌਰ ਦੇ ਉੱਪਰ ਅਦਲਾ ਬਦਲੀ ਦੀ ਜਿਹੜੀ ਇਕਾਈ ਹੁੰਦੀ ਸੀ ਉਹ ਗਊ ਹੁੰਦੀ ਸੀਗੀ, ਯਾਨੀ ਕਿ ਗਊ ਨੂੰ ਹੀ ਅਦਲਿਆ ਬਦਲਿਆ ਜਾਂਦਾ ਸੀ ਤੇ ਗਊ ਦੇ ਬਦਲੇ ਸਮਾਨ ਖਰੀਦਿਆ ਤੇ ਵੇਚਿਆ ਵੀ ਜਾਂਦਾ ਸੀਗਾ। ਮਤਲਬ ਕਿ ਜਿਸ ਵਿਅਕਤੀ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਹਦੇ ਬਦਲੇ ਉਸ ਨੂੰ ਦੂਸਰੀ ਚੀਜ਼ ਦੇ ਕੇ ਉਹ ਆਪਣੇ ਕੰਮ ਦੀ ਚੀਜ਼ ਜਿਹੜੀ ਲੋੜੀ ਦੀ ਅਸਲੀ ਉਸ ਨੂੰ ਲੈ ਸਕਦਾ ਸੀ। ਇਸੇ ਨੂੰ ਹੀ ਬਾਰਟਰ ਸਿਸਟਮ ਕਿਹਾ ਜਾਂਦਾ ਹੈ ਜਾਂ ਵਸਤੂ ਵਟਾਂਦਰੇ ਦੀ ਪ੍ਰਥਾ ਕਿਹਾ ਜਾਂਦਾ ਹੈ। ਠੀਕ ਹੈ, ਸੋ ਇਹ ਰਿਗਵੇਦਿਕ ਕਾਲ ਦੇ ਵਿੱਚ ਪ੍ਰਸਿੱਧ ਸੀਗੀ। ਇਹ ਵੀ ਯਾਦ ਰੱਖਣਾ, ਬਹੁਤ ਵਾਰੀ ਕਾਲ ਹੀ ਪੁੱਛ ਲੈਂਦੇ ਆ। ਵਸਤੂ ਵਟਾਂਦਰੇ ਦੀ ਪ੍ਰਥਾ ਕਦੋਂ ਪ੍ਰਚਲਿਤ ਸੀ, ਤਾਂ ਤੁਸੀਂ ਲਾਓਗੇ ਵੈਦਿਕ ਕਾਲ ਜਾਂ ਰਿਗਵੇਦਿਕ ਕਾਲ। ਓਕੇ ਜੀ। ਇਸ ਤੋਂ ਇਲਾਵਾ ਇਸ ਸਿਸਟਮ ਤੋਂ ਇਲਾਵਾ ਕੁਝ ਦੂਸਰੇ ਧੰਦੇ ਜਾਂ ਉਦਯੋਗ ਵੀ ਸੀਗੇ, ਜਿਹਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਕੱਪੜਾ ਬੁਣਨਾ, ਜਿਸ ਨੂੰ ਜੁਲਾਹੇ ਬੁਣਦੇ ਹੁੰਦੇ ਸੀ, ਸੂਤੀ ਤੇ ਉੱਨੀ ਕੱਪੜਾ। ਇਹ ਜੁਲਾਹੇ ਦੇ ਦੁਆਰਾ ਬਣਾਇਆ ਜਾਂਦਾ ਸੀਗਾ, ਲੋੜ ਅਨੁਸਾਰ ਹੁੰਦਾ ਸੀਗਾ। ਦੂਸਰਾ ਧੰਦਾ ਸੀਗਾ ਜੀ ਤਰਖਾਣਾ ਦਾ। ਇਹਨਾਂ ਦਾ ਕੰਮ ਸੀ ਹਲ, ਰੱਥ, ਚੱਕੜੇ ਤੇ ਬੇੜੀਆਂ ਬਣਾਉਣ ਦਾ। ਲੁਹਾਰ, ਇਹਨਾਂ ਦਾ ਪ੍ਰਮੁੱਖ ਕੰਮ ਸੀ ਸੂਈਆਂ ਬਣਾਉਣਾ, ਉਸਤਰੇ ਬਣਾਉਣਾ ਤੇ ਲੜਨ ਦੇ ਜਿਹੜੇ ਸ਼ਾਸਤਰ ਜਿਵੇਂ ਵੀ ਹਨਾ ਹਥਿਆਰ ਵਗੈਰਾ ਸੀ ਉਹ ਸਾਰੇ ਲੁਹਾਰ ਦੇ ਦੁਆਰਾ ਬਣਾਏ ਜਾਂਦੇ ਸੀਗੇ। ਵੈਦ ਜਿਹੜਾ ਕੰਮ ਕਰਦਾ ਸੀ ਉਹ ਬੂਟੀਆਂ, ਜੜੀਆਂ ਬੂਟੀਆਂ ਤੋਂ ਮੰਤਰਾਂ ਦੁਆਰਾ ਜਿਹੜਾ ਹੈ ਰੋਗੀਆਂ ਦਾ ਇਲਾਜ ਕਰਦਾ ਹੁੰਦਾ ਸੀ। ਵੇਦ ਦਾ ਕੰਮ ਸੀਗਾ ਜੀ ਜੜੀਆਂ ਬੂਟੀਆਂ ਦੇ ਰਾਹੀਂ ਅਤੇ ਮੰਤਰਾਂ ਦੇ ਦੁਆਰਾ ਰੋਗੀਆਂ ਦਾ ਇਲਾਜ ਕਰਨਾ। ਤਾਂ ਇਸ ਤੋਂ ਇਲਾਵਾ ਇਹ ਕੁਝ ਹੋਰ ਪ੍ਰਮੁੱਖ ਧੰਦੇ ਸੀਗੇ ਜੋ ਕਿ ਵਪਾਰ ਤੋਂ ਇਲਾਵਾ ਅਤੇ ਖੇਤੀਬਾੜੀ ਤੋਂ ਇਲਾਵਾ ਉਸ ਸਮੇਂ ਦੇ ਵਿੱਚ ਪ੍ਰਚਲਿਤ ਸੀਗੇ। ਦਾਸ ਪ੍ਰਥਾ, ਸਲੇਵਰੀ ਜਿਹੜੀ ਹੈ ਇਸ ਸਮੇਂ ਦੇ ਵਿੱਚ ਪ੍ਰਚਲਿਤ ਸੀਗੀ। ਠੀਕ ਹੈ, ਬਹੁਤ ਜ਼ਿਆਦਾ ਪ੍ਰਚਲਿਤ ਸੀ, ਬਟ ਧਿਆਨ ਰੱਖਣਾ ਕਿ ਇੱਥੇ ਦਾਸਾਂ ਦੇ ਨਾਲ ਚੰਗਾ ਸਲੂਕ ਕੀਤਾ ਜਾਂਦਾ ਸੀ, ਉਹਨਾਂ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸੀ। ਸੋ ਉਹਨਾਂ ਨੂੰ ਹਨਾ ਬੜੇ ਪਿਆਰ ਦੇ ਨਾਲ ਆਪਣੇ ਹੀ ਪਰਿਵਾਰ ਦੇ ਵਿੱਚ ਰੱਖਿਆ ਜਾਂਦਾ ਸੀ, ਕਿਉਂਕਿ ਉਹਨਾਂ ਦੀ ਉਹ ਬੇਹੱਦ ਸੇਵਾ ਕਰਦੇ ਹੁੰਦੇ ਸੀਗੇ। ਠੀਕ ਹੈ, ਕੋਈ ਭੇਦਭਾਵ ਖਾਸ ਤੌਰ ਦੇ ਉੱਪਰ ਨਹੀਂ ਕੀਤਾ ਜਾਂਦਾ ਸੀ, ਬਟ ਪ੍ਰਚਲਿਤ ਹੋ ਚੁੱਕੀ ਸੀਗੀ। ਧਾਰਮਿਕ ਜੀਵਨ, ਰਿਲੀਜੀਅਸ ਲਾਈਫ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਸੀ ਰਿਗਵੇਦਿਕ ਕਾਲ ਦੀ ਜੀ। ਸੋ ਇਹਦੇ ਦੌਰਾਨ ਕੁਦਰਤ ਦੀ ਜਿਹੜੀ ਹੈ ਪੂਜਾ ਕੀਤੀ ਜਾਂਦੀ ਸੀਗੀ। ਸੋ ਕੁਦਰਤ ਦੇ ਜਿੰਨੇ ਵੀ ਕ੍ਰਿਸ਼ਮੇ ਨੇ ਉਹਨਾਂ ਸਾਰਿਆਂ ਦੀ ਜਿਹੜੀ ਪੂਜਾ ਹੈ ਉਹ ਰਿਗਵੇਦਿਕ ਕਾਲ ਦੇ ਦੌਰਾਨ ਕੀਤੀ ਜਾਂਦੀ ਸੀ। ਰਿਗਵੇਦ ਦੇ ਪਹਿਲੇ, ਦੂਜੇ, 7ਵੇਂ ਤੇ 10ਵੇਂ ਮੰਡਲ ਨੂੰ ਪੜ੍ਹ ਕੇ ਸਾਨੂੰ ਆਰੀਅਨ ਲੋਕਾਂ ਦੇ ਜਿਹੜੇ ਧਰਮ ਬਾਰੇ ਕਾਫੀ ਜਿਹੜਾ ਗਿਆਨ ਉਹ ਪ੍ਰਾਪਤ ਹੁੰਦਾ ਹੈ। ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈ ਰਿਗਵੇਦਿਕ ਕਾਲ ਦੇ ਧਰਮ ਬਾਰੇ ਦੱਸਿਆ ਗਿਆ ਹੈ, ਜਿਹਦੇ ਵਿੱਚ ਪਹਿਲਾਂ ਕੁਦਰਤ ਦੇ ਦੇਵਤਿਆਂ ਦੀ, ਦੇਵੀ ਦੇਵਤਿਆਂ ਦੀ ਜਿਹੜੀ ਉਪਾਸਨਾ ਕਰਨਾ, ਮਤਲਬ ਕਿ ਕੁਦਰਤ ਦੇ ਜਿਹੜੇ ਦੇਵਤੇ ਨੇ ਉਹਨਾਂ ਦੀ ਪੂਜਾ ਪਾਠ ਕਰਨਾ। ਸੋ ਉਸ ਸਮੇਂ ਦੇ ਵਿੱਚ ਕੁੱਲ ਜਿਹੜੇ ਕੁਦਰਤ ਦੇ ਵੱਖ-ਵੱਖ ਦੇਵਤਿਆਂ ਦੇ ਰੂਪ ਦੇਖਣ ਨੂੰ ਮਿਲਦੇ ਆ ਤਾਂ ਉਹ 33 ਹੈਗੇ ਨੇਗੇ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਦੀ ਆਪਾਂ ਗੱਲ ਕਰਾਂਗੇ ਉਹ ਹੈਗੇ 3। ਠੀਕ ਹੈ, ਟੋਟਲ 33 ਦੇਵਤੇ ਹੈਗੇ ਰਿਗਵੇਦ ਦੇ ਵਿੱਚ, ਬਟ ਆਪਾਂ 3 ਪ੍ਰਕਾਰ ਦੇ ਦੇਵਤਿਆਂ ਦੇ ਬਾਰੇ ਜ਼ਿਕਰ ਕਰਾਂਗੇ। ਸੋ ਪਹਿਲੇ ਹੈਗੇ ਆ ਆਕਾਸ਼ ਦੇ ਦੇਵਤੇ, ਜਿਹਦੇ ਵਿੱਚ ਵਰੁਣ, ਦੇ ਸੋਜ, ਦਿਯੋਸ਼, ਮ੍ਰਿਤ, ਸੂਰਜ, ਊਸ਼ਾ, ਸਵ੍ਰਿਤੀ, ਪੂਸ਼ਨ, ਇਹ ਜਿਹੜੇ ਹੈ ਆਕਾਸ਼ ਦੇ ਦੇਵਤੇ ਸੀ। ਮਤਲਬ ਆਕਾਸ਼ ਦੇ ਵਿੱਚ ਜਿੰਨੀਆਂ ਘਟਨਾਵਾਂ ਹੁੰਦੀਆਂ ਨੇ ਉਹ ਸਾਰੀਆਂ ਇਹਨਾਂ ਦੇ ਦੁਆਰਾ ਕੀਤੀਆਂ ਜਾਂਦੀਆਂ ਸੀ। ਦੂਸਰੇ ਹੈ ਵਾਯੂਮੰਡਲ ਦੇ ਦੇਵਤੇ, ਜਿਹਦੇ ਵਿੱਚ ਇੰਦਰ, ਰੁਦਰ, ਵਾਯੂ, ਵਾਤ, ਇਹ ਦੇਵਤੇ ਵਾਯੂਮੰਡਲ ਦੇ ਨਾਲ ਸੰਬੰਧ ਸੀਗੇ ਅਤੇ ਵਾਯੂਮੰਡਲ ਦੀਆਂ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਉਹ ਇਹਨਾਂ ਦੇ ਦੁਆਰਾ ਵਾਪਰਦੀਆਂ ਸੀ। ਤੀਸਰੇ ਸੀ ਧਰਤੀ ਦੇ ਦੇਵਤੇ, ਜਿਹਦੇ ਵਿੱਚ ਅਗਨੀ, ਪ੍ਰਿਥਵੀ, ਸੋਮ ਅਤੇ ਬ੍ਰਹਿਸਪਤੀ ਆ ਜਾਂਦੇ ਸੀਗੇ। ਠੀਕ ਹੈ, ਸੋ ਅਗਨੀ ਦੀ ਖਾਸ ਤੌਰ ਦੇ ਵਿੱਚ ਜਿਹੜੀ ਪੂਜਾ ਕੀਤੀ ਜਾਂਦੀ ਸੀਗੀ, ਧਰਤੀ ਦੇ ਦੇਵਤੇ ਕਹਾਉਂਦੇ ਸੀਗੇ ਇਹ। ਓਕੇ, ਸੋ ਕੁਝ ਪ੍ਰਮੁੱਖ ਦੇਵਤੇ ਜਿਨ੍ਹਾਂ ਦੇ ਬਾਰੇ ਅਕਸਰ ਪੁੱਛ ਲੈਂਦਾ ਹੈ ਕਿ ਕਿਸ ਤਰ੍ਹਾਂ ਦੇ ਦੇਵਤੇ ਸੀ, ਹਨਾ ਕਿਹਦੇ ਬਾਰੇ ਜਾਣਕਾਰੀ ਦਿੰਦੇ ਸੀ। ਸੋ ਪਹਿਲਾ ਹੈ ਵਰੁਣ ਦੇਵਤਾ। ਸੋ ਇਹ ਆਰੀਅਨ ਦਾ ਸਭ ਤੋਂ ਮਹਾਨ ਦੇਵਤਾ ਮੰਨਿਆ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਹੈ ਕਿ ਵਰੁਣ ਦੇਵਤਾ ਜਿਹੜਾ ਹੈ ਇਹ ਆਰੀਆ ਦਾ ਸਭ ਤੋਂ ਮਹਾਨ ਦੇਵਤਾ ਸੀਗਾ ਅਤੇ ਇਸ ਨੂੰ ਆਕਾਸ਼ ਦਾ ਦੇਵਤਾ ਕਿਹਾ ਜਾਂਦਾ ਸੀਗਾ। ਧਿਆਨ ਰੱਖਣਾ ਕਿ ਸੰਸਾਰ ਦੇ ਵਿੱਚ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਦੇ ਉੱਪਰ ਜਿਹੜਾ ਧਿਆਨ ਰੱਖਦਾ ਸੀ ਜਾਂ ਪੂਰਾ ਗਿਆਨ ਹੁੰਦਾ ਸੀ ਉਹ ਵਿਅਕਤੀ ਸੀਗਾ ਜਾਂ ਉਹ ਦੇਵਤਾ ਸੀ ਜੀ ਵਰੁਣ। ਓਕੇ, ਇਹਨੂੰ ਆਕਾਸ਼ ਦਾ ਦੇਵਤਾ ਕਹਿੰਦੇ ਸੀ। ਸੰਸਾਰ ਦੀਆਂ ਜਿੰਨੀਆਂ ਘਟਨਾਵਾਂ ਹੁੰਦੀਆਂ ਸੀ ਸਾਰਿਆਂ ਦਾ ਜਿਹੜਾ ਇਸ ਦੇ ਅਨੁਸਾਰ ਹੁੰਦਾ ਸੀ। ਦੂਸਰਾ ਸੀ ਜੀ ਇੰਦਰ ਦੇਵਤਾ। ਸੋ ਇਹ ਵੀ ਆਰੀਆ ਦਾ ਦੂਸਰਾ ਮਹੱਤਵਪੂਰਨ ਦੇਵਤਾ ਸੀ ਔਰ ਇਸ ਨੂੰ ਵਰਖਾ ਦਾ ਦੇਵਤਾ ਤੇ ਯੁੱਧ ਦਾ ਦੇਵਤਾ ਕਿਹਾ ਜਾਂਦਾ ਸੀਗਾ। ਸੋ ਜਦੋਂ ਵੀ ਆਰੀਅਨ ਲੋਕਾਂ ਨੂੰ ਵਰਖਾ ਦੀ ਜ਼ਰੂਰਤ ਹੁੰਦੀ ਸੀ, ਪਾਣੀ ਦੀ ਜ਼ਰੂਰਤ ਹੁੰਦੀ ਸੀ ਤਾਂ ਫਿਰ ਉਹ ਇਸ ਦੀ ਪੂਜਾ ਪਾਠ ਕਰਦੇ ਔਰ ਉਸ ਤੋਂ ਬਾਅਦ ਕਹਿੰਦੇ ਵਰਖਾ ਜਿਹੜੀ ਆ ਉਹ ਹੋ ਜਾਂਦੀ ਸੀਗੀ। ਠੀਕ ਹੈ, ਸੋ ਇਸ ਨੂੰ ਯੁੱਧ ਦਾ ਦੇਵਤਾ ਵੀ ਜਿਹੜਾ ਕਿਹਾ ਜਾਂਦਾ ਸੀ। ਤੀਸਰਾ ਪ੍ਰਮੁੱਖ ਸੀਗਾ ਜੀ ਸੂਰਜ ਦੇਵਤਾ। ਸੋ ਸੂਰਜ ਦੇਵਤਾ ਜਿਹੜਾ ਹੈ ਇਹ ਆਰੀਆ ਦਾ ਵੀ ਇੱਕ ਪ੍ਰਮੁੱਖ ਦੇਵਤਾ ਸੀਗਾ। ਇਹਦੇ ਅਨੁਸਾਰ ਸੂਰਜ ਜਿਹੜਾ ਮੰਨਿਆ ਜਾਂਦਾ ਹੈ ਕਿ ਇੱਕ ਰੱਥ ਦੇ ਉੱਪਰ ਜਿਹੜਾ ਬੈਠ ਕੇ ਸਾਰੇ ਸੰਸਾਰ, ਸਾਰੀ ਧਰਤੀ ਦਾ ਚੱਕਰ ਲਾਉਂਦਾ ਸੀਗਾ ਅਤੇ ਸਾਰੇ ਸੰਸਾਰ ਨੂੰ ਗਰਮੀ ਪ੍ਰੋਵਾਈਡ ਕਰਦਾ ਸੀ। ਇਹ ਮੰਨਿਆ ਜਾਂਦਾ ਹੈ ਸੂਰਜ ਬਾਰੇ। ਓਕੇ, ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਸੂਰਜ ਕੀ ਹੈ, ਇੰਦਰ ਕੀ ਹੈ, ਮੀਂਹ ਕਿਵੇਂ ਪੈਂਦਾ ਹੈ, ਇਹ ਸਭ ਤੁਹਾਨੂੰ ਪਤਾ ਲੱਗ ਚੁੱਕਿਆ ਹੈ। ਨੈਕਸਟ ਹੈ ਜੀ ਰਾਜ ਪ੍ਰਣਾਲੀ ਜਾਂ ਰਾਜਨੀਤਿਕ ਵਿਵਸਥਾ, ਪੋਲੀਟੀਕਲ ਆਰਗੇਨਾਈਜੇਸ਼ਨ। ਪਹਿਲਾਂ ਆਪਾਂ ਰਿਲੀਜੀਅਸ ਲਾਈਫ ਦੀ ਗੱਲ ਕੀਤੀ ਹੈ, ਹੁਣ ਉਹਨਾਂ ਦੀ ਰਾਜਨੀਤਿਕ ਪ੍ਰਬੰਧ ਦੀ ਗੱਲ ਕਰਾਂਗੇ ਕਿ ਕਿਹੋ ਜਿਹਾ ਰਿਹਾ ਸੀਗਾ। ਸੋ ਇਹਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਗੱਲ ਕਰਦੇ ਹਾਂ ਕਿ ਆਰੀਅਨ ਦੇ ਜਿਹੜੀ ਰਾਜਨੀਤਿਕ ਜੀਵਨ ਸੀਗਾ
मतलब ਜਿਹੜਾ ਪੋਲੀਟੀਕਲ ਆਰਗੇਨਾਈਜੇਸ਼ਨ ਸੀਗਾ ਉਹ ਮੁੱਖ ਤੌਰ ਦੇ ਉੱਪਰ ਪਰਿਵਾਰ ਦੇ ਉੱਪਰ ਫੈਮਿਲੀ ਦੇ ਉੱਪਰ ਹੀ ਡਿਪੈਂਡ ਕਰਦਾ ਸੀ। ਠੀਕ ਹੈ, ਸੋ ਇਹ ਪ੍ਰਮੁੱਖ ਹੁੰਦਾ ਸੀ। ਪਰਿਵਾਰਾਂ ਤੋਂ ਮਿਲ ਕੇ ਹੀ ਜਿਹੜਾ ਹੈ ਇੱਕ ਪਿੰਡ ਬਣਦਾ ਸੀ। ਪਿੰਡ ਤੋਂ ਬਾਅਦ ਅੱਗੇ ਜਿਹੜੇ ਹਨ ਅੱਗੇ ਜ਼ਿਲ੍ਹੇ ਬਣ ਜਾਂਦੇ ਸੀ। ਜ਼ਿਲ੍ਹੇ ਤੋਂ ਬਾਅਦ ਫਿਰ ਇੱਕ ਰਾਜ ਜਿਹੜਾ ਜਨ ਹੈ ਮਤਲਬ ਇੱਕ ਸਟੇਟ ਜਿਹੜੀ ਹੈ ਉਹ ਕ੍ਰੀਏਟ ਹੋ ਜਾਂਦੀ ਸੀਗੀ। ਸੋ ਧਿਆਨ ਰੱਖਣਾ ਵੈਰੀ ਇੰਪੋਰਟੈਂਟ ਹੈ, ਧਿਆਨ ਨਾਲ ਸੁਣਨਾ ਇਸ ਨੂੰ ਕਿ ਇੱਕ ਪਰਿਵਾਰ ਹੁੰਦਾ ਸੀ ਅਤੇ ਪਰਿਵਾਰ ਨੂੰ ਯਾਨੀ ਕਿ ਕਈ ਪਰਿਵਾਰਾਂ ਨੂੰ ਮਿਲਾ ਕੇ ਜਿਹੜਾ ਹੈ ਇੱਕ ਪਿੰਡ ਦਾ ਨਿਰਮਾਣ ਹੁੰਦਾ ਸੀ। ਇਸ ਚੀਜ਼ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਇਹਦੇ ਬਾਰੇ ਬਹੁਤ ਕੁਐਸਚਨ ਆਉਂਦਾ ਹੁੰਦਾ ਹੈ। ਕਈ ਪਰਿਵਾਰਾਂ ਤੋਂ ਮਿਲਾ ਕੇ ਇੱਕ ਪਿੰਡ ਬਣਦਾ ਸੀਗਾ ਅਤੇ ਪਿੰਡ ਦਾ ਜਿਹੜਾ ਮੁਖੀ ਹੁੰਦਾ ਸੀ ਉਸ ਨੂੰ ਗ੍ਰਾਮਣੀ ਕਿਹਾ ਜਾਂਦਾ ਸੀਗਾ ਰਿਗਵੇਦਿਕ ਕਾਲ ਦੇ ਦੌਰਾਨ। ਠੀਕ ਹੈ ਜੀ, ਫਿਰ ਅੱਗੇ ਪਿੰਡ ਆ ਗਿਆ ਹੈ ਪ੍ਰਮੁੱਖ ਔਰ ਕੁਝ ਪਿੰਡਾਂ ਨੂੰ ਮਿਲਾ ਕੇ ਜਿਹੜਾ ਹੈ ਅੱਗੇ ਇੱਕ ਵਿਸ਼ ਬਣ ਜਾਂਦਾ ਹੁੰਦਾ ਸੀਗਾ। ਠੀਕ ਹੈ ਜੀ, ਔਰ ਵਿਸ਼ ਤੋਂ ਜਿਹੜਾ ਹੈ ਅੱਗੇ ਵਿਸ਼ ਬਣ ਜਾਂਦਾ ਸੀ ਅਤੇ ਵਿਸ਼ ਦਾ ਜਿਹੜਾ ਮੁਖੀ ਹੁੰਦਾ ਸੀ ਉਸ ਨੂੰ ਕਿਹਾ ਜਾਂਦਾ ਸੀ ਵਿਸ਼ਪਤੀ। ਠੀਕ ਹੈ ਜੀ, ਅੱਗੇ ਕਈ ਵਿਸ਼ਾਂ ਨੂੰ ਮਿਲਾ ਕੇ ਜਿਹੜਾ ਹੈ ਇੱਕ ਜਨ ਬਣਦਾ ਸੀ ਅਤੇ ਜਨ ਦੇ ਮੁਖੀ ਨੂੰ ਕਿਹਾ ਜਾਂਦਾ ਸੀ ਜੀ ਰਾਜਨ, ਜੋ ਕਿ ਰਾਜਾ ਹੁੰਦਾ ਸੀ। ਇਹ ਸਾਰਿਆਂ ਨੂੰ ਹੀ ਪਤਾ ਹੈ। ਠੀਕ ਹੈ ਜੀ, ਹੁਣ ਧਿਆਨ ਨਾਲ ਸੁਣ ਲਓ ਇੱਕ ਵਾਰੀ ਫੇਰ ਤੋਂ ਕਿ ਕਈ ਪਰਿਵਾਰਾਂ ਨੂੰ ਮਿਲਾ ਕੇ ਜਿਹੜਾ ਇੱਕ ਪਿੰਡ ਬਣਦਾ ਸੀ। ਪਿੰਡ ਦਾ ਮੁਖੀ ਗ੍ਰਾਮਣੀ ਹੁੰਦਾ ਸੀ। ਕੁਝ ਪਿੰਡਾਂ ਨੂੰ ਮਿਲਾ ਕੇ ਵਿਸ਼ ਬਣਦਾ ਸੀ ਤੇ ਵਿਸ਼ ਦਾ ਮੁਖੀ ਵਿਸ਼ਪਤੀ ਹੁੰਦਾ ਸੀ। ਕਈ ਵਿਸ਼ਾਂ ਨੂੰ ਮਿਲਾ ਕੇ ਜਨ ਬਣਦਾ ਸੀ ਅਤੇ ਜਨ ਦਾ ਜਿਹੜਾ ਮੁਖੀ ਹੈ ਉਹ ਰਾਜਨ ਜਾਂ ਸ਼ਾਸਕ ਹੁੰਦਾ ਸੀ, ਜੋ ਵੀ ਉਸ ਸਮੇਂ ਦੇ ਵਿੱਚ ਹੁੰਦਾ ਸੀਗਾ। ਓਕੇ, ਧਿਆਨ ਰੱਖਣਾ ਕਿ ਰਿਗਵੇਦਿਕ ਕਾਲ ਦੇ ਵਿੱਚ ਕਈ ਕਬੀਲੇ ਤੇ ਜਨਾਂ ਦੇ ਜਿਹੜੇ ਨਾਮ ਆਉਂਦੇ ਨੇ ਜੋ ਇਸ ਦੇ ਵਿੱਚ ਆਪਾਂ ਮੈਂਸ਼ਨ ਕੀਤੇ ਨੇ, ਜਿਵੇਂ ਮਤਸਿਆ, ਕ੍ਰਿਵੀ, ਯਦੂ, ਤਰਵਸ, ਅਨੂ, ਚੇਦੀ, ਗੰਧਾਰੀ। ਇਹ ਸਾਰੇ ਉਸ ਸਮੇਂ ਦੇ ਵਿੱਚ ਕਬੀਲੇ ਜਾਂ ਜਨ ਸੀਗੇ, ਮਤਲਬ ਕਿ ਰਾਜ ਸੀਗੇ। ਇਹਨਾਂ ਦਾ ਜ਼ਿਕਰ ਰਿਗਵੇਦ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ। ਠੀਕ ਹੈ ਜੀ, ਰਾਜਾ ਅਤੇ ਉਸਦੇ ਕਰਤੱਵ, ਕਿੰਗ ਅਤੇ ਹਿਸ ਡਿਊਟੀਜ਼, ਉਹਨਾਂ ਦੇ ਕੀ ਕੰਮ ਸੀਗੇ। ਸੋ ਜਿਹੜਾ ਜਨ ਸੀਗਾ ਇੱਕ ਪ੍ਰਦੇਸ਼ ਸੀਗਾ ਜਿਹੜਾ ਉਹਦਾ ਮੁਖੀ ਜਿਹੜਾ ਹੈ ਉਹ ਰਾਜਨ ਕਹਾਉਂਦਾ ਹੈ। ਸੋ ਇਹਦੇ ਕਰਤੱਵ ਕੀ ਸੀਗੇ ਕਿ ਇਹ ਯੁੱਧ ਦੇ ਸਮੇਂ ਆਪਣੇ ਜਾਨ ਦੀ ਜਿਹੜੀ ਹੈ ਅਗਵਾਈ ਕਰਦਾ ਸੀਗਾ। ਆਪਣੇ ਜੂਨ ਦੇ ਲੋਕਾਂ ਦੇ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਕਰਕੇ ਰੱਖਦਾ ਸੀਗਾ। ਜੂਨ ਮਤਲਬ ਕਿ ਜਿਹੜੇ ਇਨਸਾਨ ਸੀ ਉਸ ਸਮੇਂ ਦੇ ਵਿੱਚ ਉਹਨਾਂ ਦੀ ਸੇਵਾ ਕਰਨਾ, ਉਹਨਾਂ ਦੇ ਬਾਰੇ ਸ਼ਾਂਤੀ ਜਿਹੜੀ ਵਿਵਸਥਾ ਬਣਾ ਕੇ ਰੱਖਣਾ, ਇਹ ਇਹਨਾਂ ਦੇ ਪ੍ਰਮੁੱਖ ਕੰਮ ਸੀਗੇ। ਉਹਦੇ ਵਿੱਚ ਖਾਸ ਧਿਆਨ ਦਿੱਤਾ ਜਾਂਦਾ ਸੀ ਲੋਕਾਂ ਦੇ ਬਾਰੇ। ਠੀਕ ਹੈ ਜੀ, ਇਹ ਪ੍ਰਮੁੱਖ ਕੰਮ ਹੁੰਦੇ ਸੀਗੇ ਰਾਜੇ ਦੇ। ਤੇ ਰਾਜਾ ਜਿਹੜਾ ਹੈ ਉਹ ਜਨ ਦਾ ਮੁਖੀ ਹੁੰਦਾ ਸੀ। ਇਹ ਚੀਜ਼ ਕਦੇ ਨਹੀਂ ਭੁੱਲਣੀ। ਰਾਜ ਅਧਿਕਾਰੀ, ਸੋ ਇਸ ਸਮੇਂ ਦੇ ਦੌਰਾਨ ਕੁਝ ਪ੍ਰਮੁੱਖ ਅਧਿਕਾਰੀ ਵੀ ਸੀਗੇ ਜੋ ਰਾਜ ਦੇ ਵਿੱਚ ਆਪਣੀ ਖਾਸ ਭੂਮਿਕਾ ਨਿਭਾਉਂਦੇ ਸੀ ਜਾਂ ਰਾਜੇ ਦੇ ਲਈ ਖਾਸ ਵਿਅਕਤੀ ਮੰਨੇ ਜਾਂਦੇ ਸੀਗੇ। ਤਾਂ ਸਭ ਤੋਂ ਪ੍ਰਸਿੱਧ ਅਧਿਕਾਰੀ ਰਿਗਵੇਦਿਕ ਕਾਲ ਦੇ ਵਿੱਚ ਸੀਗਾ ਜੀ ਪ੍ਰੋਹਿਤ। ਸੋ ਪ੍ਰੋਹਿਤ ਸਭ ਤੋਂ ਪ੍ਰਸਿੱਧ ਸੀਗਾ। ਠੀਕ ਹੈ ਜੀ, ਪ੍ਰੋਹਿਤ ਦਾ ਕੰਮ ਕੀ ਸੀ? ਧਾਰਮਿਕ ਕੰਮਾਂ ਦੇ ਵਿੱਚ ਸਲਾਹ ਦੇਣਾ, ਰਾਜੇ ਨੂੰ ਨਿਆਂ ਦੇ ਕੰਮਾਂ ਦੇ ਵਿੱਚ ਬਹੁਮੁੱਲੀ ਸਹਾਇਤਾ ਦੇਣਾ, ਇਹ ਕੰਮ ਸੀਗਾ ਜੀ ਪ੍ਰੋਹਿਤ ਦਾ। ਇਹ ਧਾਰਮਿਕ ਵਿਅਕਤੀ ਸੀਗਾ ਅਤੇ ਸਭ ਤੋਂ ਪ੍ਰਮੁੱਖ ਵਿਅਕਤੀ ਸੀਗਾ ਜੀ ਇਹ ਪ੍ਰੋਹਿਤ। ਠੀਕ ਹੈ ਜੀ, ਰਾਜ ਅਧਿਕਾਰੀਆਂ ਦੇ ਵਿੱਚ ਸਭ ਤੋਂ ਹਾਈ ਰੈਂਕ ਦੇ ਉੱਪਰ ਆਉਂਦਾ ਸੀ। ਦੂਸਰੇ ਸਥਾਨ ਦੇ ਉੱਪਰ ਸੈਨਾਨੀ ਜਾਂ ਸੈਨਾਪਤੀ ਆਉਂਦਾ ਸੀ, ਜਿਹਦਾ ਪ੍ਰਮੁੱਖ ਕੰਮ ਸੀਗਾ ਸੈਨਾ ਦਾ ਸੰਚਾਲਨ ਕਰਨਾ, ਸੈਨਾ ਦਾ ਪ੍ਰਬੰਧ ਕਰਨਾ, ਯੁੱਧ ਕਰਨਾ, ਸਭ ਕੁਝ ਇਹਦੀ ਜ਼ਿੰਮੇਵਾਰੀ ਹੁੰਦੀ ਸੀਗੀ। ਤੀਸਰਾ ਪ੍ਰਮੁੱਖ ਅਧਿਕਾਰੀ ਸੀਗਾ ਦੂਤ। ਸੋ ਦੂਤ ਦਾ ਜਿਹੜਾ ਮੁੱਖ ਕੰਮ ਸੀਗਾ ਰਾਜੇ ਦੇ ਸੰਦੇਸ਼ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਲੈ ਕੇ ਜਾਣਾ, ਯਾਨੀ ਕਿ ਰਾਜੇ ਦੁਆਰਾ ਜੋ ਸੰਦੇਸ਼ ਸੀਗਾ ਭੇਜਿਆ ਜਾਂਦਾ ਉਹਨੂੰ ਕਿਸੇ ਦੂਸਰੇ ਰਾਜੇ ਤੋਂ ਲੈ ਕੇ ਆਉਣਾ ਤੇ ਫਿਰ ਰਾਜੇ ਦੁਆਰਾ ਜੋ ਰਿਪਲਾਈ ਕੀਤਾ ਜਾਂਦਾ ਹੈ ਫਿਰ ਉਸ ਨੂੰ ਉਸ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦੂਤ ਸੀਗੀ। ਠੀਕ ਹੈ ਜੀ, ਤੇ ਇਹ ਤਿੰਨ ਪ੍ਰਮੁੱਖ ਅਧਿਕਾਰੀ ਸੀਗੇ ਜਿਹੜੇ ਖਾਸ ਤੌਰ ਦੇ ਉੱਪਰ ਸੀ। ਇਸ ਤੋਂ ਇਲਾਵਾ ਇੱਕ ਹੋਰ ਸੀਗਾ, ਇਹ ਸੀਗਾ ਜੀ ਸਪਸ਼ਟ ਦਾ ਕੰਮ ਸੀਗਾ ਜੀ ਰਾਜੇ ਦੇ ਜਾਸੂਸੀ ਦੇ ਵਿੱਚ ਕੰਮ ਕਰਨਾ। ਮਤਲਬ ਕਿ ਰਾਜਾ ਜਿਹੜਾ ਹੈ ਇੱਕ ਸਪਸ਼ਟ ਨੂੰ ਛੱਡ ਦਿੰਦਾ ਸੀ ਅਤੇ ਉਹ ਆਪਣੇ ਖੇਤਰ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਬਾਰੇ ਜਿਹੜਾ ਜਾਸੂਸੀ ਰੱਖਦਾ ਸੀ ਕਿ ਕੋਈ ਵਿਅਕਤੀ ਜਿਹੜਾ ਹੈ ਕਿਸੇ ਨਾਲ ਕੋਈ ਧੋਖਾਧੜੀ ਤਾਂ ਨਹੀਂ ਕਰ ਰਿਹਾ ਹੈ। ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਾ ਸੀ ਅਤੇ ਜੇਕਰ ਕੋਈ ਅਜਿਹਾ ਪਾਇਆ ਜਾਂਦਾ ਸੀ ਤਾਂ ਇਹ ਫਿਰ ਉਸ ਦੀ ਸ਼ਿਕਾਇਤ ਜਿਹੜੀ ਰਾਜੇ ਕੋਲੇ ਕਰਦਾ ਸੀ ਤੇ ਉਸ ਦੇ ਬਦਲੇ ਫਿਰ ਉਸ ਨੂੰ ਸਜ਼ਾ ਦਿੱਤੀ ਜਾਂਦੀ ਸੀਗੀ। ਠੀਕ ਹੈ ਜੀ, ਸਭਾ ਤੇ ਸੰਮਤੀ ਵੈਰੀ ਇੰਪੋਰਟੈਂਟ ਜੀ। ਸਭਾ ਤੇ ਸੰਮਤੀ ਦਾ ਜਿਹੜਾ ਜ਼ਿਕਰ ਹੈ ਇਹ ਰਿਗਵੇਦ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਧਿਆਨ ਰੱਖਣਾ ਕਿ ਸਭਾ ਕੀ ਸੀ ਤੇ ਸੰਮਤੀ ਕੀ ਸੀਗੀ। ਰਾਜੇ ਨੂੰ ਸਲਾਹ ਦੇਣ ਦੇ ਲਈ ਇੱਕ ਸੰਮਤੀ ਹੁੰਦੀ ਸੀ। ਧਿਆਨ ਰੱਖਣਾ ਸੰਮਤੀ ਦਾ ਕੰਮ ਸੀਗਾ ਰਾਜੇ ਨੂੰ ਸਲਾਹ ਦੇਣ ਦੇ ਲਈ, ਜਿਹਦੇ ਕਈ ਮੰਤਰੀ ਹੁੰਦੇ ਸੀ ਜੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ 3-4। ਓਕੇ ਜੀ, ਜਦੋਂ ਕਿ ਸਭਾ ਦਾ ਕੰਮ ਸੀਗਾ, ਸਭਾ ਕੀ ਸੀਗੀ? ਉਸ ਸਥਾਨ ਨੂੰ ਕਹਿੰਦੇ ਸੀ ਜਿੱਥੇ ਇਹ ਬੈਠਕ ਹੁੰਦੀ ਸੀਗੀ। ਕਿਸ ਦੀ ਜੀ? ਸੰਮਤੀ ਦੀ। ਠੀਕ ਹੈ, ਸਭਾ ਉਹ ਸਥਾਨ ਸੀ ਜਿੱਥੇ ਬੈਠਕ ਹੁੰਦੀ ਸੀਗੀ ਅਤੇ ਸੰਮਤੀ ਉਹ ਸੀਗੀ ਜਿਹੜੀ ਕਿ ਰਾਜੇ ਨੂੰ ਸਲਾਹ ਦੇਣ ਦੇ ਲਈ ਇੱਕ ਕਮੇਟੀ ਹੁੰਦੀ ਸੀ ਜਿਹਦੇ ਵਿੱਚ ਕੁਝ ਮੈਂਬਰ ਹੁੰਦੇ ਸੀ ਖਾਸ। ਠੀਕ ਹੈ ਜੀ, ਨਿਆਂ ਵਿਵਸਥਾ ਜੁਡੀਸ਼ੀਅਲ ਸਿਸਟਮ ਜਿਹੜਾ ਹੈ ਕਿਹੋ ਜਿਹਾ ਸੀ ਉਹਨਾਂ ਦਾ, ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਰਾਣੇ ਇਤਿਹਾਸ ਦੇ ਵਿੱਚ ਸਾਰਿਆਂ ਨੂੰ ਹੈ ਨਾ ਮਤਲਬ ਪ੍ਰਮੁੱਖ ਹੈੱਡ ਜਿਹੜਾ ਉਹ ਰਾਜਾ ਹੀ ਹੁੰਦਾ ਸੀਗਾ। ਸੋ ਰਾਜਾ ਹੀ ਜਿਹੜਾ ਹੈ ਮੁੱਖ ਨਿਆਂਧੀਸ਼ ਹੁੰਦਾ ਸੀਗਾ ਅਤੇ ਜੋ ਕਿ ਪ੍ਰੋਹਿਤ ਦੇ ਨਾਲ ਮਿਲ ਕੇ, ਜੋ ਕਿ ਸਭ ਤੋਂ ਉੱਚਾ ਅਧਿਕਾਰੀ ਹੁੰਦਾ ਸੀ ਨਾ, ਜੋ ਬ੍ਰਾਹਮਣਵਾਦ ਦੇ ਵਿੱਚ ਆਉਂਦਾ ਸੀਗਾ, ਸੋ ਸਭ ਤੋਂ ਉੱਚਾ ਅਧਿਕਾਰੀ ਹੁੰਦਾ ਸੀ, ਉਹਦੀ ਸਲਾਹ ਦੇ ਨਾਲ ਜਿਹੜਾ ਅਤੇ ਸਹਾਇਤਾ ਦੇ ਨਾਲ ਜਿਹੜਾ ਉਹ ਨਿਆਂ ਕਰਦਾ ਹੁੰਦਾ ਸੀਗਾ ਰਾਜਾ। ਉਸ ਸਮੇਂ ਦੇ ਦੌਰਾਨ ਕੁਝ ਪ੍ਰਮੁੱਖ ਜਿਹੜੀਆਂ ਦੇਖਣ ਨੂੰ ਮਿਲੀਆਂ ਹੈਗੀਆਂ ਨੇ ਕ੍ਰਾਈਮ ਜਿਹੜੇ, ਇੱਕ ਤਾਂ ਚੋਰੀ ਸੀਗੀ, ਖਾਸ ਤੌਰ ਦੇ ਉੱਪਰ ਪਸ਼ੂਆਂ ਦੀ ਚੋਰੀ ਹੁੰਦੀ ਸੀਗੀ, ਡਾਕਾ, ਧੋਖੇਬਾਜ਼ੀ, ਜੂਆ ਖੇਡਣਾ, ਹੇਰਾਫੇਰੀ ਕਰਨਾ, ਇਹ ਸਾਰੇ ਅਪਰਾਧ ਦਾ ਜਿਹੜੇ ਆ ਉਹ ਰਿਗਵੇਦ ਦੇ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ ਕਿ ਇਹ ਪ੍ਰਮੁੱਖ ਜਿਹੜੇ ਉਸ ਸਮੇਂ ਦੇ ਵਿੱਚ
ਕੀਤੇ ਜਾਂਦੇ ਸੀਗੇ। ठीक है जी। और इस समय ਦੇ ਵਿੱਚ ਇੱਕ ਚੀਜ਼ ਧਿਆਨ ਰੱਖਣਾ ਕਿ ਆਰਡੀਨਲ ਜਿਹੜਾ ਸਿਸਟਮ ਹੈ, ਆਰਡੀਨਲ ਜਿਹੜੀ ਪ੍ਰਥਾ ਹੈ ਉਹ ਪ੍ਰਚਲਿਤ ਸੀਗੀ। ਆਰਡੀਨਲ ਪ੍ਰਥਾ ਦਾ ਮਤਲਬ ਹੈ ਕਿ ਅਪਰਾਧੀ ਦੀ ਪ੍ਰੀਖਿਆ ਲਈ ਜਾ ਸਕਦੀ ਸੀਗੀ ਅਤੇ ਉਹ ਆਪਣੇ ਆਪ ਨੂੰ ਸੱਚ ਸਾਬਤ ਕਰ ਸਕਦਾ ਸੀਗਾ। ਆਰਡੀਨਲ ਸਿਸਟਮ ਦੇ ਅਨੁਸਾਰ ਕੀ ਸੀਗਾ ਕਿ ਜਿਹੜਾ ਅਪਰਾਧੀ ਸੀਗਾ ਉਹ ਗਰਮ ਕੀਤੇ ਹੋਏ ਕਹਾੜੀ ਦੇ ਉੱਪਰ ਜਾਂ ਅੱਗ ਦੇ ਉੱਪਰ ਜਾਂ ਪਾਣੀ ਦੇ ਵਿੱਚੋਂ ਦੀ ਲੰਘ ਕੇ ਆਪਣੇ ਆਪ ਨੂੰ ਇਹ ਸਾਬਤ ਕਰ ਸਕਦਾ ਸੀ ਕਿ ਮੈਂ ਸੱਚਾ ਹਾਂ ਜਾਂ ਝੂਠਾ ਹੈ। ਸੋ ਇਸ ਤਰੀਕੇ ਦੇ ਨਾਲ ਆਰਡੀਨਲ ਸਿਸਟਮ ਜਿਹੜਾ ਹੈ ਇਹ ਰਿਗਵੇਦਿਕ ਕਾਲ ਦੇ ਵਿੱਚ ਪ੍ਰਚਲਿਤ ਸੀ ਅਤੇ ਇਹ ਨਿਆਂ ਦੇ ਨਾਲ ਸੰਬੰਧਿਤ ਪ੍ਰਥਾ ਸੀਗੀ, ਰਿਗਵੇਦਿਕ ਕਾਲ ਦੇ ਵਿੱਚ ਪ੍ਰਚਲਿਤ ਸੀਗੀ। ਠੀਕ ਹੈ ਜੀ। ਸੋ ਇਹ ਸੀ ਅੱਜ ਦਾ ਸਾਡਾ ਟੌਪਿਕ ਜਿਹਦੇ ਵਿੱਚ ਆਪਾਂ ਰਿਗਵੇਦਿਕ ਕਾਲ ਦੇ ਸਾਰੇ ਮੋٹے-ਮੋٹے ਪੁਆਇੰਟ ਡਿਸਕਸ ਕਰ ਲੈਣੇ। ਇਸ ਤੋਂ ਅੱਗੇ ਇਹਨਾਂ ਦੇ ਆਪਾਂ MCQ ਵੀ ਡਿਸਕਸ ਕਰਾਂਗੇ। ਜੇਕਰ ਕੋਈ ਪੁਆਇੰਟ ਰਹਿ ਜਾਊਗਾ ਤਾਂ ਮੈਂ ਉੱਥੇ ਨਾਲ-ਨਾਲ ਤੁਹਾਨੂੰ ਜਿਹੜਾ ਐਕਸਪਲੇਨੇਸ਼ਨ ਇਹਦੀ ਕਰਦਾ ਰਹੂੰਗਾ। ਓਕੇ ਜੀ। ਸੋ ਉਮੀਦ ਕਰਦਾ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।